ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਰੂਪ ਵਿੱਚ ਸਾਨੂੰ ਸਭਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਆ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਸਾਰੀ ਸੰਗਤ ਬੜੇ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕਰਦਿਆਂ ਆਪਣੀ ਮੁਬਾਰਕ ਬਾਣੀ ਸਾਨੂੰ ਸੰਸਾਰ ਦੇ ਜੀਵਾਂ ਨੂੰ ਸੁਚੱਜਾ ਜੀਵਨ ਜਿਉਣ ਹਿਤ ਸਤਿਗੁਰੂ ਜੀ ਨੇ ਉਚਾਰਨ ਕਰਕੇ ਖੁਦ ਆਪਣੇ ਹੱਥੀਂ ਆਪਣੇ ਕਰ ਕਮਲਾਂ ਨਾਲ ਲਿਖ ਕੇ ਇਹ ਅਜ਼ੀਮ ਮਹਾਨ ਦੌਲਤ ਆਪਣੀ ਮੁਬਾਰਕ ਬਾਣੀ ਔਰ ਉਪਦੇਸ਼ ਦੀ ਸਾਡੀ ਝੋਲੀ ਵਿੱਚ ਪਾਈ ਹੈ। ਸਤਿਗੁਰੂ ਮਹਾਰਾਜ ਦੀ ਇੱਛਾ ਹੈ ਅਸੀਂ ਉਹਨਾਂ ਦੇ ਦਰਸਾਏ ਹੋਏ ਮੁਬਾਰਕ ਉੱਤਮ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਆਪਣੇ ਜੀਵਨ ਨੂੰ ਸਚਿਆਰਾ ਬਣਾ ਸਕੀਏ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਇਹ ਉੱਤਮ ਵਿਚਾਰ ਹੈ। ਮਨੁੱਖ ਆਪਣਾ ਜੀਵਨ ਜਿਉਂਦਿਆਂ ਹੋਇਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਨਾਲ ਹਰ ਵੇਲੇ ਦੋ ਚਾਰ ਹੁੰਦਾ ਰਹਿੰਦਾ ਹੈ। ਜੀਵਨ ਦੇ ਇਸ ਉਤਰਾਅ ਅਤੇ ਚੜ੍ਹਾਅ ਦੇ ਅੰਦਰ ਇਨਸਾਨ ਦਾ ਬੈਲੈਂਸ ਵਿਗੜ ਜਾਣਾ, ਇਨਸਾਨ ਦੇ ਜੀਵਨ ਦਾ ਤਵਾਜ਼ਨ ਵਿਗੜ ਜਾਣਾ ਇੱਕ ਸੁਭਾਵਿਕ ਜਿਹੀ ਗੱਲ ਹੈ। ਅਜਿਹੇ ਹਾਲਾਤ ਅੰਦਰ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਉਪਦੇਸ਼ ਕਥਨ ਮੁਤਾਬਕ ਜਿਉਂ ਮੰਦਰ ਕਉ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਭਨ। ਜਿਵੇਂ ਕਿਸੇ ਮਕਾਨ ਦੀ ਬਿਲਡਿੰਗ ਦੀ ਛੱਤ ਨੂੰ ਸਹਾਰਾ ਦੇਣ ਲਈ ਉਸ ਥੱਲੇ ਪਿੱਲਰ ਬਣਾਏ ਜਾਂਦੇ ਨੇ ਤਾਂ ਕਿ ਛੱਤ ਮਜ਼ਬੂਤ ਰਹੇ ਔਰ ਟਿਕੀ ਰਹੇ। ਠੀਕ ਇਸੇ ਢੰਗ ਨਾਲ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਸਾਡੇ ਡਿੱਗਦੇ ਡੋਲਦੇ ਔਰ ਭਟਕਦੇ ਹੋਏ ਮਨ ਨੂੰ ਆਪਣੇ ਉਪਦੇਸ਼ ਦੇ ਨਾਲ ਆਪਣੇ ਗੁਣਾਂ ਦੇ ਨਾਲ ਸਹਾਰਾ ਦਿੰਦਾ ਹੈ ਤਾਂ ਕਿ ਅਸੀਂ ਸਦਾ ਹੀ ਸੱਚ ਹਿਤ ਆਪਣਾ ਜੀਵਨ ਜਿਉਂਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਬਸਰ ਕਰਦਿਆਂ ਹੋਇਆਂ ਉਹਨਾਂ ਕੀਮਤੀ ਅਸੂਲਾਂ ਉੱਤੇ ਪਹਿਰਾ ਦੇ ਸਕੀਏ ਜੋ ਇੱਕ ਇਨਸਾਨ ਵਾਸਤੇ ਬਹੁਤ ਲੋੜੀਂਦੇ ਹਨ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਤਾਈਓਂ ਹੀ ਬਾਰ-ਬਾਰ ਗੁਰੂ ਦੇ ਉਪਦੇਸ਼ ਦੀ ਵਡਿਆਈ ਦਾ ਜ਼ਿਕਰ ਕੀਤਾ ਗਿਆ ਹੈ ਔਰ ਦਰਸਾਇਆ ਗਿਆ ਕਿ ਸਾਡੇ ਸਭਨਾਂ ਦੇ ਜੀਵਨ ਦੇ ਕਲਿਆਣ ਔਰ ਭਲੇ ਵਾਸਤੇ ਗੁਰੂ ਦਾ ਸ਼ਬਦ ਹੀ ਸਭ ਤੋਂ ਉੱਤਮ ਮਾਰਗ ਔਰ ਉੱਤਮ ਰਸਤਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ
बाणी गुरु गुरु है बाणी विच बाणी अमृत सारे, गुर बाणी कहे सेवक जन मानै, प्रतख गुरु निस्तारे। कह के शब्द की अहमियत साडे सामने रखी है। ये बात संसार विदत है कि सतगुरु महाराज के पाए हुए पूरनियां दे उत्ते तुरदियां होयां साडे बजुर्गां ने, साडे वडेरियां ने और अनगिणत ऐसे लोगों ने जिन्हां ने सतगुरु धन श्री गुरु ग्रंथ साहब महाराज की पावन बाणी वाल अपना मन मोड़िया, अपने जीवन नूं सतगुरु महाराज की मुबारक बाणी के मुताबक जीवन का जिन्हां ने अपने अंदर चाओ प्रण पैदा किया है, उन्होंने संसार नूं भी महान देन दिती है, जैसा कि सिख इतिहास विचों असीं पढ़ते हाँ। सो सतगुरु महाराज सच्चे पातशाह जी के बख्शिश किए हुए इस प्यो दादे के खजाने नूं रल मिल के वरतन अते खर्चण का आपां सबना ने निरंतर उपराला जिहड़ा है वो करते रहना है। इसे ही भाव नूं मुख रखदिआं होइआं सतगुरु धन श्री गुरु ग्रंथ साहब महाराज पातशाह जी दे विच आरंभले रूप दे विच अंकित की गई महान बाणी सतगुरु धन गुरु नानक महाराज सच्चे पातशाह जी की उचारण की हुई, जिस नूं आपां सारे ही जप जी साहिब, जप साहिब आदਿਕ नावां दे नाल सत्कार दे नाम लैंदे हाँ। उस महान बाणी जप बाणी की विचार जिहड़ी है आपां लड़ीवार सतगुरु जी की अपार रहमत और किरपा का सदका अपनी अपनी मत मुताबक सतगुरु सच्चे पातशाह जी के सिद्धांत नूं समझण का यतन करना है। सो बड़े ही प्यार सत्कार सहित सब तो पहला जो धन श्री गुरु ग्रंथ साहब महाराज जी के अंदर मंगल किया गया है, जिसनों आपां सारे मंगलाचरण मंगलाचार जां मूल मंत्र के नाम नाल पुकारते हाँ, उसका पाठ आपां करन दा यतन करिए। एक ओंकार सतनाम करता पुरख निरभओ निर्वैर अकाल मूरत अजूनी सैभं गुर प्रसाद। धन धन श्री गुरु ग्रंथ साहब महाराज जी की पावन बाणी विच मुढ़ले रूप विच ये मंगलाचार है। गुरु ग्रंथ साहब महाराज जी की पावन बाणी का आप दर्शन करने वाले, बाणी नूं पढ़न वाले, बाणी का अभ्यास करने वाले इस बाबत चंगी तरह जानते हैं कि जदों भी किसी राग की जां उचेची बाणी की आरंभता होंदी है तो सतगुरु सच्चे पातशाह जी की बाणी के अंदर ये मंगलाचार मूल मंत्र सब तो पहले मुढ़ले रूप में अंकित किया गया है। एक ओंकार तो लैके गुर प्रसाद तक कुल इस वडेरे रूप में 33 वार श्री गुरु ग्रंथ साहब महाराज जी दे विच ये मंगलाचरण सुभाएमान है, दर्ज है। जिस बाणी की आपां सबना ने विचार करनी है जप बाणी है। श्री गुरु ग्रंथ साहब महाराज के आरंभ विच दर्ज है, पहली बाणी है। इस बाणी के आरंभता तो पहला जिवें कि बाकी थावां उत्ते 32 वार ये मंगलाचरण दर्ज है, उस तरह ही इस बाणी के आरंभ विच ही मुढ़ले रूप विच भी मंगलाचरण आरंभ किया गया है। सतगुरु सच्चे पातशाह धन गुरु नानक महाराज पातशाह जी का यह उचारण किया होया मंगलाचरण है, जिस दी सानू अपने इतिहासक स्रोतां विचों, साडे अपने सिੱਖੀ ਸਾਹਿਤ विचों, लिटरेचर विचों और पुरातन ग्रंथां दे विचों इस गल की तस्दीक हुंदी है कि सतगुरु धन गुरु नानक महाराज पातशाह जी ने यह मूल मंत्र जिहड़ा है, ये मंगलाचरण जिहड़ा है आप उचारण कीता है। इस नूं गुरसिख विद्वानां ने गुरमत का बुनियादी सिद्धांत मन्निया, क्योंकि श्री गुरु ग्रंथ साहब महाराज की पावन बाणी नूं पढ़दिआं, गुरु ग्रंथ साहब जी की पावन बाणी की व्याख्या करदिआं, विचार करदिआं विद्वान जना दी ये ख्याल ने भी ये मंगलाचरण तो बिना गुरु ग्रंथ साहब महाराज जी के अर्थ सही ढंग नाल कीते नहीं जा सकते। कारण क्योंकि इस दे अंदर ही वो बुनियादी सिद्धांत है जिस दे आधार उत्ते बाकी सारी बाणी नूं समझण दे विच सानू बहुत वड्डी सहायता प्राप्त हुंदी है। जे असी गुरु ग्रंथ साहब महाराज दे विच अंकित किए हुए इस मंगलाचरण के सिद्धांत नूं एक पासे रख के चलांगे
ਜਿਸ ਵੱਲ ਅਸੀਂ ਮੁੱਢਲਾ ਧਿਆਨ ਨਹੀਂ ਦਿਆਂਗੇ ਤਾਂ ਸੁਭਾਵਿਕ ਹੈ ਸਾਰੀ ਬਾਣੀ ਦੇ ਵਿੱਚੋਂ ਬਾਣੀ ਦੀਆਂ ਪੰਕਤੀਆਂ ਔਰ ਸ਼ਬਦਾਂ ਦੇ ਅਰਥ ਕਰਦਿਆਂ ਹੋਇਆਂ ਕਈ ਵਾਰ ਸਾਨੂੰ ਟਪੜਾ ਲੱਗੇਗਾ, ਭੁਲੇਖਾ ਲੱਗੇਗਾ। ਕਈ ਵਾਰ ਅਸੀਂ ਸ਼ਬਦਾਂ ਦੇ, ਬਾਣੀ ਦੇ ਭਾਵਾਂ ਦੇ ਅਰਥਾਂ ਦੇ ਅਨਰਥ ਕਰ ਜਾਵਾਂਗੇ। ਸੋ ਇਹੀ ਕਾਰਨ ਹੈ ਬਾਰ-ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਇਸ ਮੰਗਲਾਚਰਨ ਨੂੰ ਦਰਜ ਕੀਤਾ। ਕੁੱਲ 567 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇਹ ਮੰਗਲਾਚਰਨ ਦਰਜ ਹੈ। ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਸੰਪੂਰਨ ਰੂਪ ਵਿੱਚ 33 ਵਾਰ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ 9 ਵਾਰ, ਇਸੇ ਤਰ੍ਹਾਂ ਹੀ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਤਰ੍ਹਾਂ ਦੇ ਵੱਖ-ਵੱਖ ਰੂਪਾਂ ਦੇ ਅੰਦਰ ਮਹਾਰਾਜ ਨੇ ਸਾਨੂੰ ਬਾਰ-ਬਾਰ ਇਹ ਗੱਲ ਚੇਤੇ ਕਰਵਾਈ ਹੈ ਕਿ ਅਸੀਂ ਇਸ ਸਿਧਾਂਤ ਨੂੰ ਸਾਹਮਣੇ ਰੱਖਣਾ। ਬਾਣੀ ਪੜ੍ਹਦਿਆਂ ਹੋਇਆਂ, ਬਾਣੀ ਨੂੰ ਸਮਝਦਿਆਂ ਹੋਇਆਂ, ਬਾਣੀ ਦੀ ਵਿਚਾਰ ਨਾਲ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰਦਿਆਂ ਹੋਇਆਂ ਅਸੀਂ ਇਸ ਸਿਧਾਂਤ ਤੋਂ ਪਾਸੇ ਨਹੀਂ ਜਾਣਾ, ਇਸ ਨੂੰ ਅੱਖਾਂ ਤੋਂ ਓਹਲੇ ਨਹੀਂ ਕਰਨਾ। ਇਸ ਕਰਕੇ ਬਾਰ-ਬਾਰ ਇਸ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੋਣਾ ਇਹ ਸੰਕੇਤ ਦਿੰਦਾ ਹੈ, ਇਹ ਗੱਲ ਤੈਅ ਕਰਦਾ ਹੈ ਕਿ ਇਸ ਬੁਨਿਆਦੀ ਨੁਕਤੇ ਤੋਂ ਬਿਨਾਂ ਬਾਕੀ ਸਾਰੀ ਬਾਣੀ ਨੂੰ ਸਮਝਣ ਦੇ ਵਿੱਚ ਬਹੁਤ ਵੱਡੀ ਕਠਿਨਾਈ ਆਏਗੀ। ਖੈਰ, ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਇਹ ਬੁਨਿਆਦੀ ਸਿਧਾਂਤ ਸਾਨੂੰ ਬਖਸ਼ਿਸ਼ ਕਰਦੇ ਨੇ। ਇਸ ਨੂੰ ਅਸੀਂ ਮੰਗਲਾਚਰਨ ਕਹਿੰਦੇ ਹਾਂ। ਮੰਗਲ ਕਰਨਾ ਆਪਣੇ ਇਸ਼ਟ ਦਾ, ਆਪਣੇ ਪਰਮਾਤਮਾ ਦਾ, ਅਕਾਲ ਪੁਰਖ ਦਾ, ਜਿਸ ਬਾਬਤ ਸਾਡੇ ਮਨ ਅੰਦਰ ਸ਼ਰਧਾ ਹੈ, ਭਾਵ ਹੈ, ਉਸ ਨੂੰ ਸਮਰਪਿਤ ਭਾਵ ਨਾਲ ਸਲਾਉਣਾ। ਔਰ ਦੂਸਰੀ ਬਾਤ, ਇਸ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਵਰਣਨ ਕੀਤਾ ਗਿਆ ਹੈ। ਸਭ ਤੋਂ ਪਹਿਲਾ ਜੋ ਸ਼ਬਦ ਮਹਾਰਾਜ ਨੇ ਵਰਤਿਆ ਹੈ, ਇੱਕ ਓੰਕਾਰ। ਇੱਕ ਹਿੰਦਸਾ ਜਿਹੜਾ, ਇਸ ਨੂੰ ਵਿਦਵਾਨਾਂ ਨੇ ਦੋ ਹਿੱਸਿਆਂ 'ਚ ਵੰਡਿਆ। ਇੱਕ ਨੂੰ ਵੱਖਰਾ ਕਰਕੇ, ਓੰਕਾਰ ਨੂੰ ਵੱਖਰਾ ਕਰਕੇ ਇਸ ਦੇ ਅਰਥ ਕੀਤੇ ਨੇ। ਭਾਵੇਂ ਇਸ ਨੂੰ ਉਚਾਰਨ ਕਰਦੇ ਹਾਂ ਅਸੀਂ ਇਕੱਠਾ ਹੀ ਉਚਾਰਨ ਕਰਨਾ ਹੈ, ਇੱਕ ਓੰਕਾਰ, ਪਰ ਇਸ ਦੇ ਅਰਥ ਕਰਤਾ ਵਿਦਵਾਨਾਂ ਨੇ ਜੋ ਜਪਜੀ ਸਾਹਿਬ ਜੀ ਦੇ ਜਪ ਬਾਣੀ ਦੇ ਮੂਲ ਮੰਤਰ ਦੇ ਮੰਗਲਾਚਰਨ ਦੇ ਭਾਸ਼ ਲਿਖੇ ਨੇ, ਟੀਕੇ ਲਿਖੇ ਨੇ, ਸਟੀਕਾਂ ਲਿਖੀਆਂ ਨੇ, ਉਸ ਦੇ ਵਿੱਚ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਔਰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਇਸ ਦੇ ਵੱਖ-ਵੱਖ ਭਿੰਨ-ਭਿੰਨ ਢੰਗ ਦੇ ਨਾਲ ਇਸ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾ ਹਿੰਸਾ ਹੈ। ਕਮਾਲ ਦੀ ਬਾਤ ਇਹ ਹੈ ਕਿ ਮਹਾਰਾਜ ਨੇ ਜਿਹੜਾ ਇੱਕ ਸ਼ਬਦ ਪਾਇਆ ਹੈ ਉਹ ਅੱਖਰਾਂ ਦੇ ਵਿੱਚ ਨਹੀਂ ਪਾਇਆ, ਉਹ ਹਿੰਦਸਿਆਂ ਦੇ ਵਿੱਚ ਪਾਇਆ। ਗਣਿਤ ਸ਼ਾਸਤਰ ਦੇ ਮੁਤਾਬਕ ਗਿਣਤੀ ਦਾ ਹਿੰਸਾ ਇੱਕ ਪਾਇਆ ਹੈ। ਹੁਣ ਕਦੇ ਖਿਆਲ ਕਰਨਾ, ਅਗਰ ਗਣਿਤ ਦੇ ਮੁਤਾਬਕ ਇੱਕ ਲਿਖਿਆ ਜਾਏ ਤਾਂ ਵੀ ਇੱਕ ਹੀ ਉਚਾਰਨ ਹੋਏਗਾ। ਜੇ ਈੜੀ ਸਿਆਰੀ ਉੱਤੇ ਅਧਕ ਕੱਕਾ ਇਸ ਤਰ੍ਹਾਂ ਕਰਕੇ ਇੱਕ ਲਿਖਿਆ ਜਾਏ ਤਾਂ ਵੀ ਉਚਾਰਨ ਇੱਕ ਹੀ ਹੋਏਗਾ। ਪਰ ਸਤਿਗੁਰੂ ਮਹਾਰਾਜ ਨੇ ਇਸ ਨੂੰ ਈੜੀ ਸਿਆਰੀ ਉੱਤੇ ਅਧਕ ਕੱਕਾ ਇੱਕ ਇਸ ਹਿੰਦਸਿਆਂ ਦੇ ਵਿੱਚ ਇਸ ਤਰ੍ਹਾਂ ਦੇ ਅੱਖਰਾਂ ਵਿੱਚ ਨਹੀਂ ਲਿਖਿਆ। ਇਸ ਕਰਕੇ ਏਕਾ ਪਾ ਕੇ ਸਤਿਗੁਰੂ ਮਹਾਰਾਜ ਨੇ ਓੰਕਾਰ ਤੋਂ ਪਹਿਲਾਂ ਇਹ ਸੰਕੇਤ ਕਰ ਦਿੱਤਾ ਹੈ। ਇਸ ਦੇ ਪਿੱਛੇ ਵਿਦਵਾਨ ਜਨਾਂ ਦੀ ਵਿਚਾਰ ਹੈ ਕਿ ਬਹੁਤ ਡੂੰਘਾ ਭਾਵ ਹੈ ਸਤਿਗੁਰੂ ਜੀ ਦਾ। ਇੱਕ ਦਾ ਅਰਥ ਵੀ ਇੱਕ ਹੀ ਬਣਦਾ ਹੈ, ਭਾਵੇਂ ਉਹ ਈੜੀ ਸਿਆਰੀ ਉੱਤੇ ਅਧਕ ਕੱਕਾ ਲਿਖ ਦਿੱਤਾ ਜਾਏ। ਅੰਗਰੇਜ਼ੀ ਦੇ ਵਿੱਚ ਇਸ ਨੂੰ ਵਨ ਕਹਿ ਲਓ, ਇਸ ਨੂੰ ਕੋਈ ਫਾਰਸੀ ਵਾਲਾ ਯਕ ਕਹਿ ਲਵੇ, ਇਸ ਨੂੰ ਕੋਈ ਏਕਮ ਆਖ ਲਵੇ, ਇਸ ਨੂੰ ਕੋਈ ਇੱਕ ਕਹਿ ਲਵੇ। ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਇਸ ਦੇ ਉਚਾਰਨ ਵੱਖਰੇ ਵੱਖਰੇ ਨੇ, ਪਰ ਭਾਵ ਨੂੰ ਸਮਝਣ ਵਿੱਚ ਕਿਸੇ ਨੂੰ ਦਿੱਕਤ ਨਹੀਂ ਆਉਂਦੀ। ਵਨ, ਇੱਕ, ਯਕ, ਏਕਮ, ਸਭਨਾਂ ਦਾ ਮਤਲਬ ਇੱਕੋ ਹੀ ਹੈ। ਪਰ ਸਤਿਗੁਰੂ ਮਹਾਰਾਜ ਨੇ ਹਿੰਦਸਾ ਪਾਇਆ ਗਣਿਤ ਦਾ। ਕਾਰਨ ਹੈ, ਧਰਮ ਗ੍ਰੰਥਾਂ ਦੇ ਅੰਦਰ ਜਦੋਂ ਕੋਈ ਸ਼ਬਦ ਅੱਖਰਾਂ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ, ਗਣਿਤ ਤੋਂ ਬਾਹਰ ਲਿਖਿਆ ਜਾਂਦਾ ਹੈ, ਕਈ ਵਾਰ ਵਿਦਵਾਨ ਉਸ ਦੇ ਟੀਕੇ ਕਰਨ ਵਾਲੇ, ਉਸ ਨੂੰ ਲਿਖਣ ਵਾਲੇ, ਉਸ ਦੀਆਂ ਸਟੀਕਾਂ ਬਣਾਉਣ ਵਾਲੇ ਉਸ ਅੱਖਰ ਨੂੰ ਤੋੜਦੇ ਮਰੋੜਦੇ ਹਨ। ਉਸ ਦੀ ਭੰਨ ਤੋੜ ਕਰਕੇ ਉਸ ਨੂੰ ਕਈ ਹਿੱਸਿਆਂ 'ਚ ਵੰਡ ਕੇ ਉਸ ਦੇ ਆਪਣੇ ਅਰਥ ਕੱਢਦੇ ਹਨ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਵਾਹਿਦ ਏਕ ਅਕਾਲ ਪੁਰਖ ਦੀ ਨਿਰਮਲ ਤੇ ਪਵਿੱਤਰ ਹਸਤੀ ਦੇ ਨਾਲ ਸਾਨੂੰ ਜੋੜਨਾ ਹੈ, ਸਤਿਗੁਰੂ ਨਹੀਂ ਸਨ ਚਾਹੁੰਦੇ ਵੀ ਮੁੱਢਲੇ ਸਿਧਾਂਤ ਉੱਤੇ ਹੀ ਕਿਸੇ ਕਿਸਮ ਦਾ ਰੋਲ ਘਚੋਲਾ ਖੜਾ ਹੋ ਜਾਏ। ਭਾਵੇਂ ਉਹ ਲਿਖਾਰੀ ਕਰਨ, ਭਾਵੇਂ ਉਹ ਵਿਆਖਿਆਕਾਰ ਕਰਨ, ਭਾਵੇਂ ਉਹ ਭਾਸ਼ ਟੀਕੇ ਤੇ ਸਟੀਕਾਂ ਲਿਖਣ ਵਾਲੇ, ਵਿਆਖਿਆ ਲਿਖਣ ਵਾਲੇ ਕਰਨ। ਸਤਿਗੁਰੂ ਚਾਹੁੰਦੇ ਸਨ ਬੁਨਿਆਦੀ ਸਿਧਾਂਤ ਮੂਲ ਰੂਪ ਵਿੱਚ ਕਾਇਮ ਰਹਿਣਾ ਚਾਹੀਦਾ। ਤੇ ਗੁਰਮਤਿ ਦਾ ਜੋ ਮੁੱਢਲਾ ਸਿਧਾਂਤ ਹੈ, ਬੇਸ ਹੈ,
जो नींह है गुरमत दी, वो वाहिद एक अकाल पुरख की पवित्र हस्ती उत्ते खलोती है। इस करके बड़ा जरूरी सी भी उस दी व्याख्या दे विच, उस दे उचारण दे विच, उस नूं समझण दे विच किसी किस्म का भरम जां भुलेखा पैदा ना होवे। सो महाराज ने इस नूं गणित के मुताबक एक हिंदसे दे विच लिखिया। एक दा अर्थ है केवल एक, वाहिद एक, दूजा तीजा जां चौथा नहीं। इस तो अगलेरा जो शब्द महाराज ने मुबारक बाणी विच पाया ओंकार। जदों आपां गुरु साहब जी की पावन बाणी नूं अगलेरे तौर पर लड़ीवार पढ़ांगे, बार बार जिथे इस एक हिंदसे नाल और ओंकार शब्द नाल लिख के महाराज ने सानू इस गल वल ध्यान दिवाया, सानू प्रेरणा कीती है भी वो अकाल पुरख एक है। उत्थे सीधे अर्थां दे विच भी सतगुरु ने बाणी दीआं पंक्तियां दे विच सानू बार बार ये बात दृढ़ करवाई है। सतगुरु बाणी विच आखदे ने एकम एकंकार निराला, अमर अजोनी जात न जाला। वो अकाल पुरख एक है, साहिब मेरा इको है। इको है भाई, इको है। जिसनों सतगुरु श्री राग के शब्द के अंदर इस तरह फरमान करते हैं, मेरे मन एकस स्यों चित लाए, एकस बिन सब धंद है सब मिथ्या मोह माए। ये प्रमाण ने जो गुरु ग्रंथ साहब जी की पावन बाणी सुभाएमान ने और सानू दसदे ने भी गुरु महाराज की पावन बाणी का सिद्धांत जिहड़ा है, गुरमत का अकीदा ते विश्वास जिहड़ा है, केवल एक वाहिद अकाल पुरख उपर है। हुण ये शब्द जिहड़ा नाउन है और एक अकाल पुरख का बोधक है। एक सतगुरु इस दी व्याख्या बाणी विच थां पुर थां करते हैं। सतगुरु महाराज ऐसा कह के सानू सबना नू संसार के जीवां नू साडियां खिंडियां पुंडियां सुरतां नू एक जगह ते एकत्र करन दी कोशिश कर रहे हैं। ये बड़ी मुढ़ली जी गल है भी एकता का सूत्र अगर बहुत ज़्यादा महत्वपूर्ण होएगा तो आपस में खिलरे हुए लोग जिहड़े ने तां ही इकट्ठे हो सकणगे। ये एक शब्द लेके महाराज ने कुछ संकेत कर दिते ने। पहला संकेत आए है कि गुरमत एक अकाल पुरख तो बिना किसी दूसरे नू मन्नण पूजन जां ध्यान धरन दी मुथाज नहीं, केवल एक वाहिद अकाल पुरख नूं ही मनना है। दूसरा बुनियादी सिद्धांत इस विच ये दस दिता गया है, होर परालौकिक शक्तियां, होर कुदरती चीज़ां की पूजा जिहड़ी है गुरमत विच विवर्जित है, क्योंकि गल समुची एक दे धुरे दुआले घूम रही है। तीसरी बात इस विच महाराज ने यह समझाउण दा महान यतन कीता भी असीं सारे ही जिन्ने संसार दे जीव हाँ, सब सानू सबना नू पैदा करन वाला साडा सबना दा मालिक एक है। इस करके साडे जो वखरेवें हैं, भावें वो लिबास करके होण, भावें वो भाषा करके होण, भावें वो किसी वख-वख जगह ते रहण करके होण, उन्हां वखरेविਆਂ दे विच उलझ के असीं सारे एक दूसरे नाल ईर्खा भाव और नफरत की भावना दे नाल पेश आउंदे हां। इन्हां वखरेविਆਂ की वजह करके संसार दे अंदर नफरत ईर्खा वध रही है और तरह तरह के उलझणां जिहड़ियां हन समाज सोसाइटी दे विच दुनिया दे विच पेश आउंदियां ने। सतगुरु चाहुंदे हन असी अपने करता, अपने पालनहार, पैदा करन वाले सृष्टि दे एक धुरे उस अकाल पुरख वाहिगुरू वाल अपनी सुरत नूं मोड़ीए और इस गल उत्ते केंद्रित होईए। बोलियां दे वखरेवें भले सही, भाषा दे वखरेवें सही, भेखां लिबासां दे वखरेवें सही, वख वख जगह दे उत्ते रहण करके कई तरह के सभ्याचारक वखरेवें भावें होण, पर साडा सबना दा मालिक जिहड़ा है, साडा सबना दा परमेश्वर इको ही है। ये नहीं भी मेरा रब कोई होर है, तुहाडा रब कोई होर है, तीसरे आदमी दा रब कोई होर है, रब कोई बहुते नहीं, रब एक ही है। इस तरह महाराज सानू वख वख पक्षां तो एका शब्द वरत के इस एक दी व्याख्या करदिआं सानू सबना नू एक अकाल पुरख नाल जोड़न दी महान किरपालता कर रहे ने। नाल दा पाया होया शब्द ओंकार, इसनूं विद्वानां ने भी दो हिस्सिਆਂ 'ਚ वंडिया। पहला ओंग लिखिਆ जिस दा अर्थ है ब्रह्म, एक अकाल पुरख। फिर उस दे उपर एक लंबी सारी लकीर पाई जाती है, उसनूं थोड़ा जिहा मोड़िया जाता है, जिवें आप गुरु ग्रंथ साहब जी के पावन स्वरूप विचों जां आप पोथी जां गुटका साहब दे विचों एक ओंकार दा जदों लिखिया होया स्वरूप वेखोगे
ਤਾਂ ਬੜੀ ਖਾਸ ਤਕਨੀਕ ਦੇ ਨਾਲ ਓੰਗ ਸ਼ਬਦ ਪਾਇਆ ਜਾਂਦਾ ਹੈ। ਇਸ ਦੇ ਪਿੱਛੇ ਵੀ ਇੱਕ ਭੇਤ ਹੈ, ਕਾਰਨ ਹੈ, ਇਸ ਦਾ ਆਪਣਾ ਇੱਕ ਬੁਨਿਆਦੀ ਅਰਥ ਹੈ। ਓੰਗ ਸ਼ਬਦ ਦਾ ਅਰਥ ਹੈ ਬ੍ਰਹਮ, ਪਰਮਾਤਮਾ। ਇਹ ਨਾਊਨ ਹੈ ਔਰ ਇੱਕ ਅਕਾਲ ਪੁਰਖ ਦਾ ਬੋਧਕ ਸ਼ਬਦ ਹੈ, ਰੱਬ ਦੇ ਬਾਬਤ ਕਿਹਾ ਗਿਆ ਹੈ। ਓੰਗ ਸ਼ਬਦ ਦਾ ਅਰਥ ਹੈ ਉਹ ਸਭਨਾਂ ਦੇ ਵਿੱਚ ਹੈ, ਉਹ ਵਾਹਿਦ ਬ੍ਰਹਮ ਆਪ ਇੱਕ ਹੈ। ਇੱਕ ਸ਼ਬਦ ਪਾ ਕੇ ਕਹਿ ਦਿੱਤਾ ਵੀ ਕੋਈ ਹੈ। ਓੰਗ ਦਾ ਅਰਥ ਹੈ ਬ੍ਰਹਮ, ਅਕਾਲ ਪੁਰਖ, ਪਰਮਾਤਮਾ, ਪ੍ਰਭੂ। ਹੁਣ ਇਸ ਤੋਂ ਅੱਗੇ ਜਿਹੜੀ ਕਾਰ ਲਾਈ ਗਈ ਹੈ, ਜਿਸ ਨੂੰ ਅਸੀਂ ਓਂਕਾਰ ਕਹਿੰਦੇ ਹਾਂ, ਕਾਰ ਸ਼ਬਦ ਜਿਸ ਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਜਪ ਬਾਣੀ ਦੀ ਸਟੀਕ ਦੇ ਅੰਦਰ ਲਿਖਦੇ ਨੇ ਵੀ ਕਾਰ ਸ਼ਬਦ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਸੰਸਕ੍ਰਿਤ ਦਾ ਇੱਕ ਪਿਛੇਤਰ ਹੈ। ਜਿਵੇਂ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਉਹਨਾਂ ਕੁਝ ਪ੍ਰਮਾਣ ਸਾਡੇ ਸਾਹਮਣੇ ਰੱਖੇ ਨੇ। ਪੰਜ ਸ਼ਬਦ ਧੁਨ ਘਾਰ ਧੁਨ ਤਾਂ ਬਾਜੇ ਸ਼ਬਦ ਨਿਸ਼ਾਨ। ਹੁਣ ਸ਼ਬਦ ਹੈ ਧੁਨ, ਧੁਨ ਦਾ ਅਰਥ ਹੁੰਦਾ ਹੈ ਆਵਾਜ਼। ਇੱਕ ਤਾਂ ਹੁੰਦਾ ਵੀ ਆਵਾਜ਼ ਹੈ, ਆਵਾਜ਼ ਉੱਠੀ, ਆਵਾਜ਼ ਆਈ, ਪਰ ਇੱਕ ਹੈ ਆਵਾਜ਼ ਲਗਾਤਾਰ ਆ ਰਹੀ ਹੈ। ਜੇ ਇਸ ਤਰ੍ਹਾਂ ਨੂੰ ਇਸ ਚੀਜ਼ ਨੂੰ ਬਿਆਨ ਕਰਨਾ ਹੋਵੇ ਵੀ ਆਵਾਜ਼ ਲਗਾਤਾਰ ਆ ਰਹੀ ਹੈ ਤਾਂ ਸ਼ਬਦ ਵਰਤਿਆ ਜਾਂਦਾ ਹੈ ਧੁਨਕਾਰ, ਨਿਰੰਤਰ। ਕਾਰ ਦਾ ਅਰਥ ਹੈ ਇੱਕ ਰਸ, ਲਗਾਤਾਰ ਆਵਾਜ਼, ਧੁਨੀ ਉੱਠਦੀ ਜਾ ਰਹੀ ਹੈ, ਨਿਰੰਤਰ ਵਸੀ ਹੋਈ, ਨਿਰੰਤਰ ਆ ਰਹੀ ਆਵਾਜ਼ ਨੂੰ ਕਹਿੰਦੇ ਨੇ ਧੁਨਕਾਰ। ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਫਲਾਂ ਦੀ ਬੜੀ ਜੈ ਜੈਕਾਰ ਹੋਈ। ਹੁਣ ਗੌਰ ਕਰਨਾ, ਜੈ ਹੋਈ ਤੇ ਜੈ ਜੈਕਾਰ ਹੋਈ, ਦੋਵਾਂ ਦੇ ਭਾਵ ਥੋੜ੍ਹੇ ਥੋੜ੍ਹੇ ਵੱਖਰੇ ਹੋਣਗੇ। ਜੈ ਹੋਈ ਦਾ ਅਰਥ ਹੁੰਦਾ ਹੈ ਵੀ ਬਹੁਤ ਵਡਿਆਈ ਹੋਈ, ਬੜਾ ਸਤਿਕਾਰ ਹੋਇਆ, ਬਹੁਤ ਸਲਾਹ ਸਿਫਤ ਕੀਤੀ ਗਈ। ਤੇ ਜਦੋਂ ਅਸੀਂ ਇਹ ਸ਼ਬਦ ਵਰਤਾਂਗੇ ਜੈ ਜੈਕਾਰ ਭਇਓ ਜਗ ਅੰਤਰ, ਜੈ ਜੈਕਾਰ, ਜੈਕਾਰ ਦਾ ਅਰਥ ਹੋਏਗਾ ਲਗਾਤਾਰ ਇੱਕ ਰਾਸ ਵਡਿਆਈ ਹੋ ਰਹੀ ਹੈ, ਜੈ ਜੈਕਾਰ ਹੁੰਦੀ ਜਾ ਰਹੀ ਹੈ, ਵਡਿਆਈ ਦਰ ਵਡਿਆਈ ਹੀ ਹੁੰਦੀ ਜਾ ਰਹੀ ਹੈ, ਸਿਫਤ ਹੀ ਹੁੰਦੀ ਜਾ ਰਹੀ ਹੈ। ਤੋ ਲਗਾਤਾਰ ਹੁੰਦੇ ਜਾ ਰਹੇ ਕਰਮ ਨੂੰ ਬਿਆਨ ਕਰਨ ਵਾਸਤੇ ਪਿਛਲੇ ਪਾਸੇ ਕਾਰ ਸ਼ਬਦ ਲਾ ਦਿੱਤਾ ਜਾਂਦਾ ਹੈ। ਕੱਕੇ ਨੂੰ ਕੰਨਾ ਰਾਰਾ ਲਿਖ ਕੇ ਉਸ ਦਾ ਅਰਥ ਹੁੰਦਾ ਧੁਨਕਾਰ, ਝਨਤਕਾਰ, ਜੈਕਾਰ, ਰਰੰਕਾਰ, ਨਨਾਕਾਰ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਏ ਨੇ। ਤੋ ਕਾਰ ਸ਼ਬਦ ਦਾ ਅਰਥ ਹੁੰਦਾ ਹੈ ਇੱਕ ਰਸ, ਨਿਰੰਤਰ, ਲਗਾਤਾਰ ਚੱਲਣ ਵਾਲੀ ਪ੍ਰਕਿਰਿਆ। ਪਰ ਸੰਸਕ੍ਰਿਤ ਦਾ ਇਹ ਪਿਛੇਤਰ ਜਿਹੜਾ ਮਹਾਰਾਜ ਨੇ ਓੰਕਾਰ ਦੇ ਉੱਤੇ, ਓਮ ਦੇ ਸ਼ਬਦ ਦੇ ਉੱਤੇ ਲਾਇਆ। ਕੱਕੇ ਨੂੰ ਕੰਨਾ ਰਾਰਾ ਲਿਖਣ ਦੀ ਬਜਾਏ ਮਹਾਰਾਜ ਨੇ ਸੰਸਕ੍ਰਿਤ ਦਾ ਉਹ ਪਿਛੇਤਰ ਇਸ ਜਗ੍ਹਾ ਦੇ ਉੱਤੇ ਨਾਲ ਜੋੜਿਆ। ਇਸ ਦਾ ਭਾਵ ਹੈ ਅਕਾਲ ਪੁਰਖ ਇੱਕ ਹੈ। ਓਮ ਦਾ ਅਰਥ ਹੈ ਬ੍ਰਹਮ, ਅਕਾਲ ਪੁਰਖ। ਇੱਕ ਦਾ ਅਰਥ ਇੱਕ ਹੈ। ਓਮ ਦਾ ਅਰਥ ਜਿਹੜਾ ਕਾਰ ਲੱਗਾ ਹੋਇਆ ਓਮ ਦੇ ਨਾਲ, ਇਸ ਦਾ ਭਾਵ ਹੈ ਵੀ ਉਹ ਇੱਕ ਰਸ ਲਗਾਤਾਰ ਇਸ ਸਾਰੀ ਸ੍ਰਿਸ਼ਟੀ ਦੇ ਅੰਦਰ ਵਿਆਪ ਰਿਹਾ ਹੈ, ਆਪਣੇ ਬਣਾਏ ਹੋਏ ਸੰਸਾਰ ਦੇ ਅੰਦਰ ਵਸਿਆ ਹੋਇਆ, ਇਸ ਤੋਂ ਬਾਹਰ ਨਹੀਂ ਹੈ। ਇਸ ਕਰਕੇ ਅਸੀਂ ਇੱਕ ਓੰਕਾਰ ਦੇ ਇਕੱਠੇ ਹੀ ਅਰਥ ਇਸ ਤਰ੍ਹਾਂ ਕਰਦੇ ਹਾਂ। ਅਕਾਲ ਪੁਰਖ ਇੱਕ ਹੈ, ਉਹ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਆਪਣੇ ਸਮੁੱਚੇ ਪਸਾਰੇ ਦੇ ਅੰਦਰ ਨਿਰੰਤਰ ਲਗਾਤਾਰ ਇੱਕ ਰਸ ਵਸਿਆ ਹੋਇਆ ਹੈ। ਹੁਣ ਇਸ ਦਾ ਭਾਵ ਬੜਾ ਗਹਿਰਾ ਹੈ। ਇੱਕ ਰਸ ਲਗਾਤਾਰ ਦਾ ਅਰਥ ਇਹ ਹੈ, ਕਾਰ ਦਾ ਅਰਥ ਇਹ ਹੈ ਇੱਕ ਰਸ ਲਗਾਤਾਰ, ਔਰ ਇਸ ਦਾ ਮਤਲਬ ਹੈ ਇਹ ਨਹੀਂ ਵੀ ਉਹ ਇੱਥੇ ਹੀ ਹੈ, ਬਾਕੀ ਜਗ੍ਹਾ ਤੇ ਨਹੀਂ ਹੋਏਗਾ। ਮਨੁੱਖ ਦੇ ਮਨ ਅੰਦਰ ਇਹ ਭਰਮ ਹੁੰਦਾ ਹੈ, ਕਿਸੇ ਖਾਸ ਜਗ੍ਹਾ ਨੂੰ ਮਨੁੱਖ ਇਵੇਂ ਮੰਨਦਾ ਵੀ ਇਹ ਰੱਬ ਦੀ ਥਾਂ ਹੈ, ਬਾਕੀ ਥਾਵਾਂ ਜਿਨ੍ਹਾਂ ਤੇ ਉਹ ਵਿਚਰਦਾ ਹੈ ਉੱਥੇ ਉਹ ਖੁੱਲ੍ਹ ਲੈਣੀ ਚਾਹੁੰਦਾ ਵੀ ਇੱਥੇ ਨਾ ਕੋਈ ਰੱਬ ਹੈ ਤੇ ਨਾ ਕੋਈ ਰੱਬ ਵੇਖਦਾ, ਨਾ ਇੱਥੇ ਰੱਬ ਮੌਜੂਦ ਹੈ। ਪਰ ਗੁਰਮਤਿ ਦਾ ਇਹ ਮੂਲਕ ਸਿਧਾਂਤ ਕਹਿੰਦਾ ਵੀ ਉਹ ਇੱਕ ਰਸ ਸਭਨਾਂ ਦੇ ਵਿੱਚ ਹੀ ਹੈ। ਉਹ ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ, ਬਾਕੀ ਸਾਰੀ ਕਾਇਨਾਤ ਵਿੱਚ ਹੈ। ਇਸ ਕਰਕੇ ਇਹ ਭਰਮ ਮਨ ਵਿੱਚ ਨਹੀਂ ਚਾਹੀਦਾ ਵੀ ਉਹ ਇੱਥੇ ਹੈ, ਬਾਕੀ ਥਾਵਾਂ ਦੇ ਉੱਤੇ ਨਹੀਂ ਹੈ, ਜਾਂ ਉਹ ਫਲਾਂ ਜਗ੍ਹਾ ਦੇ ਉੱਤੇ ਰਹਿੰਦਾ ਹੈ, ਫਲਾਨੀ ਦਿਸ਼ਾ ਦੇ ਵਿੱਚ ਰਹਿੰਦਾ, ਫਲਾਨੀ ਦਿਸ਼ਾ ਦੇ ਵਿੱਚ ਉਹ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਇਸ ਭਰਮ ਨੂੰ ਰੱਦ ਕਰ ਦਿੱਤਾ। ਇਸ ਭਰਮ ਨੂੰ ਤੋੜਦਿਆਂ ਹੋਇਆਂ ਮਹਾਰਾਜ ਨੇ ਸਾਡਾ ਧਿਆਨ ਇਸ ਪਾਸੇ ਵੱਲ ਦਿਵਾਇਆ, ਉਹ ਇੱਕ ਹੈ ਤੇ ਆਪਣੀ ਸ੍ਰਿਸ਼ਟੀ ਦੇ ਅੰਦਰ ਨਿਰੰਤਰ ਵਸਿਆ ਹੋਇਆ, ਜਿਸ ਨੂੰ ਬਾਣੀ ਦੇ ਵਿੱਚ ਸਤਿਗੁਰੂ ਬਿਆਨ ਕਰਦੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ, ਸਭਨਾਂ ਦੇ ਵਿੱਚ ਉਸ ਦੀ ਜੋਤ ਰਮ ਰਹੀ ਹੈ। ਭਗਤ ਨਾਮਦੇਵ ਸਾਹਿਬ ਜਿਸ ਨੂੰ ਕਹਿੰਦੇ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ।
ਹੁਣ ਇਹ ਅਭਿਆਸ ਹੈ, ਅਗਰ ਅਸੀਂ ਇਸ ਨੂੰ ਆਪਣੇ ਜੀਵਨ ਦੇ ਅੰਦਰ ਅਭਿਆਸ ਦਾ ਕੇਂਦਰ ਬਿੰਦੂ ਬਣਾ ਲੈਂਦੇ ਹਾਂ ਵੀ ਉਹ ਸਭਨਾਂ ਦੇ ਅੰਦਰ ਨਿਰੰਤਰ ਵਸ ਰਿਹਾ ਹੈ, ਤਾਂ ਸੁਭਾਵਿਕ ਜੀ ਗੱਲ ਹੈ, ਅਗਰ ਸਾਡੀ ਸੁਰਤ ਅੰਦਰ ਇਹ ਵਿਚਾਰ ਪੂਰੇ ਤੌਰ ਉੱਤੇ ਘਰ ਕਰ ਜਾਂਦਾ, ਟਿਕ ਜਾਂਦਾ, ਤਾਂ ਸਾਡੇ ਵਿਹਾਰ ਵਿੱਚ ਬਹੁਤ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈ। ਕਦੇ ਧਿਆਨ ਦੇਣਾ, ਮਨੁੱਖ ਜਿਸ ਤਰ੍ਹਾਂ ਦੀ ਭੁੱਖ ਆਪ ਮਹਿਸੂਸ ਕਰਦਾ ਹੈ, ਕਦੇ ਅਸੀਂ ਸੋਚਿਆ ਵੀ ਇਸ ਤਰ੍ਹਾਂ ਦੀ ਭੁੱਖ ਹੀ ਦੂਸਰਾ ਮਹਿਸੂਸ ਕਰਦਾ ਹੈ? ਅਗਰ ਇਸ ਤਰ੍ਹਾਂ ਇਨਸਾਨ ਸੋਚਣਾ ਆਰੰਭ ਕਰ ਦੇਵੇ ਤਾਂ ਕੋਈ ਕਿਸੇ ਕੋਲੋਂ ਖੋਏਗਾ ਨਹੀਂ, ਕਿਉਂਕਿ ਉਸ ਨੂੰ ਮਹਿਸੂਸ ਹੋਏਗਾ ਜਿਸ ਤਰ੍ਹਾਂ ਦਾ ਦੁੱਖ ਮੇਰਾ ਹੈ, ਉਸ ਤਰ੍ਹਾਂ ਦਾ ਦੁੱਖ ਦੂਸਰੇ ਦਾ ਹੈ। ਪਰ ਇਹ ਮਨੁੱਖ ਦੇ ਅੰਦਰ ਦਾ ਬਹੁਤ ਵੱਡਾ ਭੇਦ ਹੈ, ਫਰਕ ਹੈ ਇਸ ਦੀ ਸੁਰਤ ਅੰਦਰ, ਵੀ ਜਿਸ ਤਰ੍ਹਾਂ ਇਹ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਨਾ, ਦੂਸਰੇ ਨੂੰ ਨਹੀਂ ਕਰਦਾ, ਤੇ ਆਪਣੇ ਆਪ ਪ੍ਰਤੀ ਇਹੋ ਹੀ ਸਮਝਦਾ ਮੈਂ ਅਧਿਕਾਰੀ ਹਾਂ ਰੱਬ ਦੀਆਂ ਸਾਰੀਆਂ ਬਖਸ਼ਿਸ਼ਾਂ ਦਾ, ਮੈਂ ਅਧਿਕਾਰੀ ਹਾਂ ਰੱਬ ਦੀ ਮਿਹਰ ਦਾ, ਰੱਬ ਮਿਹਰ ਕਰੇ ਮੇਰੇ ਉੱਪਰ, ਰੱਬ ਬਖਸ਼ਿਸ਼ ਕਰੇ ਮੇਰੇ ਉੱਪਰ, ਰੱਬ ਮੇਰੇ ਅੰਦਰ ਵਸਦਾ ਹੈ, ਇਸ ਕਰਕੇ ਬਾਕੀਆਂ ਨੂੰ ਮੇਰਾ ਖਿਆਲ ਰੱਖਣਾ ਚਾਹੀਦਾ ਹੈ। ਪਰ ਦੂਸਰਿਆਂ ਦੇ ਪ੍ਰਤੀ ਜਦੋਂ ਇਸ ਦੇ ਫਰਜ਼ ਬਣਦੇ ਨੇ, ਉਦੋਂ ਇਹ ਗੱਲ ਭੁੱਲ ਜਾਂਦਾ ਹੈ ਵੀ ਮੇਰੇ ਵੀ ਤਾਂ ਦੂਸਰਿਆਂ ਪ੍ਰਤੀ ਇਹੋ ਜਿਹੇ ਭਾਵ ਹੋਣੇ ਚਾਹੀਦੇ ਨੇ ਨਾ, ਵੀ ਜੇ ਮੇਰੇ ਅੰਦਰ ਰੱਬ ਹੈ, ਮੈਂ ਉਹਦੀ ਮਿਹਰ ਤੇ ਬਖਸ਼ਿਸ਼ ਦਾ ਪਾਤਰ ਹੋਵਾਂ, ਤੇ ਇਹ ਰੱਬ ਤਾਂ ਦੂਸਰਿਆਂ ਅੰਦਰ ਵੀ ਹੈ। ਬਾਣੀ ਦਾ ਪਾਵਨ ਵਾਕ ਹੈ, ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ, ਜੇ ਤਉ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਸਭਨਾ ਦਾ ਮਨ ਬੜਾ ਕੀਮਤੀ ਹੈ, ਕਿਉਂਕਿ ਮਨ ਦੇ ਅੰਦਰ ਹੀ, ਹਿਰਦੇ ਦੇ ਅੰਦਰ ਹੀ ਪ੍ਰਮਾਤਮਾ ਦਾ ਵਾਸ ਹੈ, ਬਾਣੀ ਨੇ ਆਖਿਆ। ਇਸ ਕਰਕੇ ਕੁਝ ਐਸਾ ਨਾ ਕਰ ਵੀ ਕਿਸੇ ਦੇ ਦਿਲ ਨੂੰ, ਕਿਸੇ ਦੀ ਆਤਮਾ ਨੂੰ ਠੇਸ ਪਹੁੰਚੇ ਤੇਰੇ ਮੰਦੇ ਕਰਮਾਂ ਕਰਕੇ, ਤੇਰੇ ਭੈੜੇ ਵਿਹਾਰ ਕਰਕੇ ਕਿਸੇ ਮਨੁੱਖ ਦਾ ਜੀਵਨ ਦੁਖਿਆਰਾ ਹੋ ਜਾਏ, ਦੁੱਭਰ ਹੋ ਜਾਏ। ਐਸਾ ਕੋਈ ਕਰਮ ਨਾ ਕਰ, ਐਸਾ ਬੋਲ ਵੀ ਨਾ ਬੋਲ, ਕਿਉਂਕਿ ਸਭਨਾਂ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ, ਉਸ ਦੀ ਜੋਤ ਨਿਰੰਤਰ ਸਭਨਾਂ ਦੇ ਅੰਦਰ ਹੈ। ਦੂਸਰਾ ਸ਼ਬਦ ਹੈ ਮੰਗਲਾਚਾਰ ਦਾ ਸਤ ਨਾਮ। ਇਹਨਾਂ ਨੇ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ। ਆਪ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹੋ, ਮੰਗਲਾਚਾਰ ਆਏਗਾ ਬਾਰ-ਬਾਰ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਅਸੀਂ ਇਸ ਨੂੰ ਇਕੱਠਾ ਪੜ੍ਹ ਜਾਂਦੇ ਹਾਂ, ਇੱਕ ਓੰਕਾਰ, ਫਿਰ ਅੱਗੇ ਪੜ੍ਹਦੇ ਹਾਂ ਸਤਿਗੁਰ ਪ੍ਰਸਾਦ। ਪਰ ਜਿੱਥੇ ਵੀ ਆਪ ਮੁੱਢਲੇ ਰੂਪ ਵਿੱਚ ਮੰਗਲਾਚਰਨ ਆਇਆ, ਉਸ ਦੇ ਦਰਸ਼ਨ ਕਰੋ ਤਾਂ ਸਤ ਸ਼ਬਦ ਵੱਖਰਾ ਹੈ। ਜੇ ਬਾਕੀ ਮੰਗਲਾਚਰਨ ਦੇ ਅੰਦਰ ਸਤ ਨਾਮ ਨਹੀਂ ਆਇਆ, ਕੱਲਾ ਸਤ ਆਇਆ, ਫਿਰ ਗੁਰਪ੍ਰਸਾਦ ਆਇਆ, ਇਸ ਦਾ ਇੱਕ ਭਾਵ ਤੇ ਸਪਸ਼ਟ ਹੋ ਗਿਆ ਵੀ ਨਾਮ ਸ਼ਬਦ ਨਾਲੋਂ ਸਤ ਦਾ ਥੋੜ੍ਹਾ ਜਿਹਾ ਵਖਰੇਵਾਂ ਹੈ ਸੂਖਮ ਰੂਪ ਵਿੱਚ। ਅਗਰ ਇਕੱਠਾ ਹੀ ਹੁੰਦਾ ਤੇ ਐਸਾ ਨਹੀਂ ਸੀ ਮਹਾਰਾਜ ਇਸ ਨੂੰ ਬਾਰ-ਬਾਰ ਇਕੱਠਾ ਹੀ ਵਰਤਦੇ, ਸਤਨਾਮ ਸ਼ਬਦ ਹੀ ਪੂਰੇ ਰੂਪ ਵਿੱਚ ਆਉਂਦਾ। ਇਸ ਦਾ ਨਾਮ ਦੀਪ ਸਿੰਘ ਹੈ, ਨਾਮ ਰੱਖ ਦਿੱਤਾ ਗਿਆ, ਬੱਚੇ ਨੇ ਜਨਮ ਲਿਆ, ਨਾਮ ਰੱਖ ਦਿੱਤਾ ਗਿਆ। ਪਰ ਸਦੀਆਂ ਤੱਕ ਕਈ ਵਾਰ ਉਸ ਨਾਮ ਨੂੰ ਜਾਣਿਆ ਜਾਂਦਾ ਹੈ। ਕਿਉਂ ਜਾਣਿਆ ਜਾਂਦਾ ਹੈ? ਕਿਉਂਕਿ ਉਸ ਕਰੈਕਟਰ ਨੇ, ਉਸ ਕਿਰਦਾਰ ਨੇ ਕੋਈ ਚੰਗਿਆਈ ਕਮਾਈ ਹੈ, ਤਾਂ ਕਰਕੇ ਸਦੀਆਂ ਤੱਕ ਸੰਸਾਰ 'ਤੇ ਤੁਰ ਜਾਣ ਤੋਂ ਬਾਅਦ ਵੀ ਉਸ ਨਾਮ ਨੂੰ ਬਾਰ-ਬਾਰ ਚੇਤੇ ਕੀਤਾ ਜਾਂਦਾ ਹੈ। ਔਰ ਅੱਜ ਵੀ ਅਸੀਂ ਸਾਰੇ ਜਦੋਂ ਬੈਠੇ ਹਾਂ, ਅਸੀਂ ਗੁਰੂ ਨਾਨਕ ਸਾਹਿਬ ਨੇ ਜਦੋਂ ਜਨਮ ਲਿਆ ਤਾਂ ਉਹਨਾਂ ਦਾ ਵੀ ਨਾਮ ਰੱਖਿਆ ਗਿਆ। ਹੁਣ ਨਾਮ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਹਾਂ, ਪਰ ਉਹਨਾਂ ਦਾ ਨਾਮ ਲੈਂਦਿਆਂ ਸਾਰ ਅਸੀਂ ਉਹਨਾਂ ਦੀਆਂ ਚੰਗਿਆਈਆਂ ਉਹਨਾਂ ਦੇ ਇਤਿਹਾਸ ਵਿੱਚੋਂ ਪੜ੍ਹੀਆਂ ਨੇ, ਤੇ ਸਾਡੇ ਦਿਮਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਆਉਂਦਿਆਂ ਸਾਰ ਹੀ, ਉਹਨਾਂ ਦਾ ਚੇਤਾ ਆਉਂਦਿਆਂ ਸਾਰ ਸ਼ਰਧਾ ਦੇ ਭਾਵ ਪੈਦਾ ਹੋ ਜਾਂਦੇ ਨੇ, ਕਿਉਂਕਿ ਸ਼ਖਸੀਅਤ ਦੇ ਗੁਣ ਜਿਹੜੇ ਨੇ ਉਹ ਹਾਵੀ ਹੋ ਗਏ। ਨਾਮ ਤਾਂ ਹੋਰ ਵੀ ਬੜਿਆਂ ਦੇ ਹੋ ਸਕਦੇ ਨੇ, ਅਗਰ ਕੋਈ ਨਾਨਕ ਨਾਮ ਰੱਖ ਲਵੇ, ਕੋਈ ਕਬੀਰ ਨਾਮ ਰੱਖ ਲਵੇ, ਪਰ ਜਦੋਂ ਅਸੀਂ ਉਹਨਾਂ ਨੂੰ ਚੇਤੇ ਕਰਾਂਗੇ ਉਹਨਾਂ ਦੇ ਨਾਮ ਕਰਕੇ, ਤਾਂ ਮਗਰ ਦੀ ਮਗਰ ਉਹਨਾਂ ਦੀ ਸ਼ਖਸੀਅਤ ਦੇ ਗੁਣ ਵੀ ਸਾਡੇ ਮਨ ਉੱਤੇ ਪ੍ਰਭਾਵ ਪਾ ਲੈਣਗੇ। ਇਹ ਸੁਭਾਵਿਕ ਜਿਹੀ ਗੱਲ ਹੈ। ਨਾਮ ਕਿਸੇ ਦੀ ਆਇਡੈਂਟੀਟੀ ਹੋ ਸਕਦੀ ਹੈ, ਪਛਾਣ ਹੋ ਸਕਦੀ ਹੈ, ਪਰ ਉਹ ਸ਼ੁਭ ਕਰਮਾਂ ਵਾਲਾ ਹੈ ਕਿ ਨਹੀਂ ਹੈ, ਇਹ ਪ੍ਰਭਾਵ ਉਹਦੇ ਕਰਮਾਂ ਕਰਕੇ ਸਾਡੇ ਉੱਤੇ ਪੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਪਹਿਲਾ ਸ਼ਬਦ ਵਰਤਿਆ ਇੱਕ ਓੰਕਾਰ, ਫਿਰ ਵਰਤਿਆ ਸਤ ਨਾਮ, ਇਹ ਜਿਹੜੇ ਸ਼ਬਦ ਨੇ ਇਹ ਅਕਾਲ ਪੁਰਖ ਦੇ ਬੋਧਕ ਨੇ, ਅਕਾਲ ਪੁਰਖ ਦੇ ਬਾਬਤ ਕਹੇ ਗਏ ਨੇ। ਇਸ ਤੋਂ ਅੱਗੇ ਜਿਹੜਾ ਸ਼ਬਦ ਹੈ, ਇਸ ਤੋਂ ਅੱਗੇ ਕਰਤਾ ਪੁਰਖ ਤੋਂ ਲੈ ਕੇ ਜੋ ਅਗਲੇਰੀ ਗੱਲ ਮਹਾਰਾਜ ਕਹਿਣਗੇ, ਉਹ ਸਾਰੇ ਅਕਾਲ ਪੁਰਖ ਦੇ ਗੁਣ ਬਿਆਨ ਕੀਤੇ ਗਏ ਨੇ। ਪਹਿਲੇ ਸ਼ਬਦ ਇੱਕ ਓੰਕਾਰ ਸਤਨਾਮ ਅਕਾਲ ਪੁਰਖ ਦੇ ਬੋਧਕ ਨੇ,
ਤੇ ਕਰਤਾ ਪੁਰਖ ਤੋਂ ਅੱਗੇ ਜਿਤਨੇ ਹਨ, ਸੈ ਭੰਗ ਤੱਕ ਜਿਤਨੇ ਵੀ ਸ਼ਬਦ ਆਉਣਗੇ, ਇਹ ਸਾਰੇ ਦੇ ਸਾਰੇ ਉਸ ਅਕਾਲ ਪੁਰਖ ਦੇ ਗੁਣਵਾਚਕ ਸਰੂਪ ਦਾ ਜ਼ਿਕਰ ਹੈ। ਉਹਦੀਆਂ ਸਿਫਤਾਂ ਗਿਣੀਆਂ ਗਈਆਂ ਨੇ, ਉਹਦੇ ਸਰੂਪ ਦੀ ਸਿਫਤ ਬਿਆਨ ਕੀਤੀ ਗਈ। ਇਹ ਅਸੀਂ ਧਿਆਨ ਵਿੱਚ ਰੱਖਣੀ ਹੈ ਬਾਤ। ਤਾਈਓ ਮਹਾਰਾਜ ਨੇ ਬਾਣੀ 'ਚ ਕਿਹਾ, ਕੀਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। ਮੈਂ ਜਿਤਨੇ ਵੀ ਨਾਮ ਲਏ ਨੇ ਸਭ ਕੀਰਤਮ। ਕੀਰਤਮ ਦਾ ਅਰਥ ਹੁੰਦਾ ਤੇਰੀ ਕਿਰਤ ਨੂੰ ਵੇਖ ਕੇ, ਤੇਰੀ ਕੁਦਰਤ ਨੂੰ ਵੇਖ ਕੇ, ਤੇਰੇ ਗੁਣਾਂ ਵੱਲ ਜਦੋਂ ਮੇਰਾ ਧਿਆਨ ਗਿਆ ਤੇ ਮੈਂ ਤੇਰੇ ਗੁਣਾਂ ਨੂੰ ਵੇਖ ਕੇ ਤੇਰਾ ਨਾਮ ਲੈ ਲਿਆ। ਉਦਾਹਰਣ ਵਤ, ਤੂੰ ਪਤਤਾਂ ਨੂੰ ਪਵਿੱਤਰ ਕਰਦਾ ਤੇ ਮੈਂ ਤੈਨੂੰ ਪਤਤ ਪਾਵਨ ਆਖਿਆ। ਤੂੰ ਨੇਕ ਬਖਤ ਲੋਕਾਂ ਦਾ ਸਾਥ ਦਿੰਦਾ ਤੇ ਮੈਂ ਤੈਨੂੰ ਭਗਤ ਵਸ਼ਲ ਆਖਿਆ। ਤੂੰ ਆਤਮਕ ਤੌਰ ਉੱਤੇ ਨਿਮਰਤਾ ਹੰਡਾਉਣ ਵਾਲੇ ਗਰੀਬਾਂ ਦੇ ਉੱਤੇ ਦਇਆਲੂ, ਦਇਆ ਰਹਿੰਦਾ ਹੈ, ਦਇਆ ਵਾਲਾ ਰਹਿੰਦਾ ਹੈ, ਇਸ ਕਰਕੇ ਮੈਂ ਤੈਨੂੰ ਦੀਨ ਦਇਆਲ ਆਖਿਆ। ਤੂੰ ਸਾਰੇ ਸੰਸਾਰ ਨੂੰ ਰੋਜ਼ੀ ਦਿੰਦਾ, ਮੈਂ ਤੈਨੂੰ ਰੋਜ਼ੀ ਦਿਹਾਂਦਾ ਆਖਿਆ। ਤੂੰ ਪਾਲਣਹਾਰ ਹੈ, ਮੈਂ ਪਾਲਣਹਾਰ ਆਖਿਆ। ਇਹ ਤੇਰੇ ਸਭ ਸਿਫਤਾਂ ਕਰਕੇ ਗੁਣ ਨੇ, ਜਿਹੜੇ ਤੇਰੇ ਗੁਣ ਨੇ, ਤੇਰੀਆਂ ਸਿਫਤਾਂ ਨੇ, ਉਹੋ ਜਿਹੇ ਮੈਂ ਨਾਮ ਤੇਰੇ ਕਹਿ ਦਿੱਤੇ। ਪਰ ਸਤਿਗੁਰੂ ਕਹਿੰਦੇ ਨੇ, ਕੀਰਤਮ ਨਾਮ ਕਥੇ ਤੇਰੇ ਜੇਬਾ। ਇਹ ਜਿੰਨੇ ਵੀ ਨਾਮ ਨੇ ਨਾ, ਸਭ ਸਿਫਾਤੀ ਨੇ, ਸਿਫਤ ਵੇਖ ਕੇ, ਗੁਣ ਵੇਖ ਕੇ ਕਹੇ ਗਏ। ਪਰ ਸਤਨਾਮ ਤੇਰਾ ਪਰਾ ਪੂਰਬਲਾ, ਤੇਰੀ ਹੋਂਦ ਸਦਾ ਕਾਇਮ ਰਹਿਣ ਵਾਲੀ ਇਹ ਅਕਾਲ ਪੁਰਖ। ਮੁੱਢਲੀ ਗੱਲ ਤਾਂ ਇਹੋ ਹੀ ਹੈ। ਆਪ ਪੜ੍ਹਦੇ ਹੋ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ, ਗੁਣ ਇਹੋ ਹੋਰ ਨਾ ਹੀ ਕੋਈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਭ ਤੋਂ ਵੱਡਾ ਤੇਰੇ 'ਚ ਗੁਣ ਕੀ ਹੈ? ਵੀ ਤੇਰੇ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ। ਇਹਦਾ ਅਰਥ ਇਹ ਨਹੀਂ ਹੈ ਵੀ ਤੇਰੇ 'ਚ ਇਹੋ ਹੀ ਗੁਣ ਹੈ, ਹੋਰ ਕੋਈ ਗੁਣ ਨਹੀਂ। ਇਹਦਾ ਮਤਲਬ ਹੈ ਗੁਣ ਇਹੋ, ਇਹ ਸਭ ਤੋਂ ਵੱਡਾ ਗੁਣ ਤੇਰੇ ਵਿੱਚ ਇਹ ਹੈ, ਇਹੋ ਹੈ ਵੀ ਹੋਰ ਨਹੀਂ ਕੋਈ ਤੇਰੇ ਵਰਗਾ ਕੋਈ ਦੂਜਾ ਹੋਰ ਹੈ ਹੀ ਨਹੀਂ। ਤੂੰ ਇੱਕੋ ਹੀ ਇੱਕ ਹਸਤੀ ਹੈ। ਤੇਰੀ ਸਭ ਤੋਂ ਵੱਡੀ ਖੂਬੀ ਤਾਂ ਇਹ ਹੈ ਵੀ ਤੇਰੇ ਵਰਗਾ ਦੂਜਾ, ਤੇਰਾ ਕੋਈ ਬਦਲ, ਤੇਰੇ ਵਰਗਾ, ਤੇਰੇ ਜਿਹਾ, ਤੇਰਾ ਕੋਈ ਸ਼ਰੀਕ, ਤੇਰਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ, ਵੀ ਤੇਰੇ ਵਰਗੀ ਕੋਈ ਹੋਰ ਹਸਤੀ ਨਹੀਂ। ਸਭ ਤੋਂ ਮੁੱਢਲਾ ਗੁਣ ਤਾਂ ਤੇਰਾ ਇਹ ਹੈ। ਸੋ ਇਹ ਇੱਕੋ ਓੰਕਾਰ ਸਤਨਾਮ, ਇਹ ਜੋ ਸ਼ਬਦ ਨੇ, ਇਹ ਅਕਾਲ ਪੁਰਖ ਦੇ ਬੁੱਧ ਕੋ ਦੀ ਹਸਤੀ ਦੇ ਪ੍ਰਤੀਕ ਨੇ। ਹੁਣ ਇਸ ਤੋਂ ਅੱਗੇ ਜੋ ਸਤਿਗੁਰੂ ਮਹਾਰਾਜ ਸ਼ਬਦ ਵਰਤਣਗੇ, ਉਹਨਾਂ ਦੇ ਵਿੱਚ ਮਹਾਰਾਜ ਨੇ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਕੀਤਾ। ਸ਼ਬਦ ਹੈ ਕਰਤਾ। ਕਰਤਾ ਦਾ ਅਰਥ ਹੁੰਦਾ ਜਿਹਨੇ ਕ੍ਰੀਏਟ ਕੀਤਾ, ਜਿਹਨੇ ਕੁਝ ਬਣਾਇਆ, ਜਿਹਨੇ ਕੁਝ ਪੈਦਾ ਕੀਤਾ। ਅਸੀਂ ਸੰਸਾਰਿਕ ਤੌਰ 'ਤੇ ਕਰਤਾ ਹੋ ਸਕਦੇ ਹਾਂ ਕਿਸੇ ਚੀਜ਼ ਦੇ। ਕੋਈ ਲੋਹੇ ਦਾ ਕੰਮ ਕਰਦਾ ਹੈ, ਅਸੀਂ ਕਹਿ ਸਕਦੇ ਹਾਂ ਨੇ ਲੋਹੇ ਦੀ ਇਹ ਚੀਜ਼ ਬਣਾਈ ਹੈ, ਕਰਤਾ ਹੈ ਇਸ ਦਾ। ਕਿਸੇ ਨੇ ਲੱਕੜ ਦੀ ਕੋਈ ਵਸਤੂ ਬਣਾਈ, ਫਰਨੀਚਰ ਬਣਾਇਆ, ਅਸੀਂ ਕਹਿ ਸਕਦੇ ਨੇ ਲੱਕੜ ਦੀ ਆ ਵਸਤੂ ਘੜੀ ਹੈ, ਇਸ ਕਰਕੇ ਇਹਦਾ ਕਰਤਾ ਹੈ। ਕਿਸੇ ਨੇ ਕੋਈ ਕਿਤਾਬ ਲਿਖੀ, ਅਸੀਂ ਕਹਿ ਸਕਦੇ ਹਾਂ ਇਸ ਦਾ ਭਾਈ ਲੇਖਕ, ਇਸ ਦਾ ਕਰਤਾ ਹੈ, ਇਸ ਨੂੰ ਬਣਾਉਣ ਵਾਲਾ ਹੈ, ਲਿਖਣ ਵਾਲਾ ਹੈ। ਅਸੀਂ ਸੰਸਾਰਿਕ ਤੌਰ 'ਤੇ ਇਹਨਾਂ ਵਸਤੂਆਂ ਦੇ ਕਰਤੇ ਹੋ ਸਕਦੇ ਹਾਂ। ਪਰ ਗੌਰ ਕਰਨਾ, ਫਰਨੀਚਰ ਦੀ ਦੁਕਾਨ ਦੇ ਉੱਤੇ ਕੋਈ ਚੀਜ਼ ਵਿਕਦੀ ਹੈ, ਬਣਾਈ ਕਿਸੇ ਨੇ, ਵਿਕੀ ਕਿਤੇ, ਚਲੀ ਕਿਤੇ ਗਈ ਹੈ, ਪਰ ਇਹ ਨਹੀਂ ਪਤਾ ਇਸ ਨੂੰ ਬਣਾਉਣ ਵਾਲਾ ਕੌਣ ਹੈ, ਉਹ ਕਿਹੋ ਜਿਹਾ ਹੈ। ਪਰ ਕਰਤੇ ਦੀ ਇਹ ਸਿਫਤ ਅਕਾਲ ਪੁਰਖ ਦੀ ਇਹ ਜ਼ਰੂਰ ਹੈ ਵੀ ਜੇ ਉਸਨੇ ਕੁਦਰਤ ਨੂੰ ਰਚਿਆ, ਉਹ ਆਪਣੀ ਕੁਦਰਤ ਦੇ ਵਿੱਚ ਸਮਾ ਗਿਆ। ਇਸ ਕਰਕੇ ਦੋ ਸ਼ਬਦ ਨੇ, ਕਰਤਾ ਬਣਾਉਣ ਵਾਲਾ ਹੈ ਉਹ, ਤੇ ਪੁਰਖ। ਪੁਰਖ ਦਾ ਅਰਥ ਹੁੰਦਾ ਹੈ ਪੁਰਸ਼ੇ ਤੇ ਪੁਰਸ਼ਾ, ਭਾਵ ਉਹ ਆਪਣੀ ਬਣਾਈ ਹੋਈ ਕੁਦਰਤ ਵਿੱਚ ਆਪ ਰਮ ਗਿਆ, ਲੇਟ ਗਿਆ, ਵਸ ਗਿਆ। ਆਪਣੀ ਬਣਾਈ ਹੋਈ ਕੁਦਰਤ ਵਿੱਚ ਆਪ ਵਸਿਆ ਹੋਇਆ ਹੈ। ਤੋ ਉਸ ਨੂੰ ਅਨੁਭਵ ਕਰਦਿਆਂ ਹੋਇਆਂ ਮਹਾਰਾਜ ਆਪਣੀ ਬਾਣੀ ਦੇ ਵਿੱਚ ਸ਼ਬਦ ਕਹਿੰਦੇ ਨੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਗੇ, ਤੂੰ ਵੱਖਰਾ ਨਹੀਂ ਹੈ। ਬੜੀ ਅਜੀਬ ਮੁਸ਼ਕਲ ਰਹੀ ਹੈ ਧਰਮ ਦੀ ਦੁਨੀਆ ਅੰਦਰ ਇੱਕ ਕਿਸਮ ਦੀ। ਧਰਮ ਫਿਲਾਸਫੀ ਦੀ ਵਿਆਖਿਆ ਕਰਨ ਵਾਲੇ ਲੋਕਾਂ ਨੇ ਇਹ ਤੇ ਮੰਨਿਆ ਵੀ ਬ੍ਰਹਮ ਹੈ, ਰੱਬ ਹੈ, ਔਰ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੇ ਪਿਛੋਕੜ ਵਿੱਚ ਉਹਦੀ ਹਸਤੀ, ਉਹਦੀ ਤਾਕਤ ਖੜੀ ਹੈ। ਪਰ ਇੱਕ ਨੁਕਤੇ ਦੇ ਉੱਤੇ ਆ ਕੇ ਉਹਨਾਂ ਦੇ ਅੰਦਰ ਕਿਸੇ ਕਿਸਮ ਦੀ ਝਿਜਕ ਮਹਿਸੂਸ ਹੋਈ। ਉਹ ਝਿਜਕ ਇਹ ਸੀ ਵੀ ਜਿਹੜਾ ਬ੍ਰਹਮ ਹੈ ਉਹਨੇ ਸਾਰਾ ਸੰਸਾਰ ਉਸੇ ਦਾ ਹੀ ਹੈ ਤੇ ਪਿੱਛੇ ਉਹ ਹੀ ਖੜਾ ਹੈ। ਪਰ ਮੁਸ਼ਕਲ ਉਹਨਾਂ ਦੀ ਇਹ ਸੀ ਵੀ ਉਹ ਵਿਆਖਿਆ ਕਰਨ ਲੱਗਿਆਂ ਇਹ ਗੱਲ ਕਹਿਣ ਤੋਂ ਝਿਜਕਦੇ ਸਨ ਵੀ ਬ੍ਰਹਮ ਨੇ, ਇੱਕ ਕਰਤੇ ਨੇ ਸਾਰਾ ਕੁਝ ਪੈਦਾ ਕੀਤਾ। ਉਹਨਾਂ ਨੂੰ ਇਸ ਗੱਲੋਂ ਝਿਜਕ ਮਹਿਸੂਸ ਹੋਈ ਵੀ ਸੰਸਾਰ ਦੇ ਅੰਦਰ ਤੇ ਉਪੱਦਰ ਵੀ ਬੜੇ ਨੇ, ਗੁਨਾਹ ਵੀ ਬੜੇ ਨੇ, ਚੰਗਾ ਮੰਦਾ ਬੜਾ ਕੁਝ ਹੈ।
कि इहो जिहा संसार जिहड़ा है वो रब कोलों ही पैदा करवाया जाए कि जां उहदे लई कोई वखरियां ताकतां घड़ियां जाण। वो नहीं सन चाहुंदे भी उस रब दे हत्थ लिबड़ जाण इस संसार नूं पैदा करदिआं। इस करके उन्होंने इस तो अगली एक गल होर घड़ी भी नहीं जी फलानी ताकत ने इस संसार नूं पैदा कीता है, फलानी इस नूं रोजी ते रोटी दिंदी है ते फलानी ताकत इस नूं नाश करदी है। उन्हां तथा कथित शक्तियां जड़ियां ने उन्हां दी होंद नूं स्वीकार कर लिया। ब्रह्म की गल तो की, रब की गल तो कही, पर उसनूं सृष्टि का करता नहीं मन्निया। आख्या वो तो है सारा कुछ उही है, पर कुदरत नूं पैदा उन्हें नहीं किया। कुदरत नूं रोजी वो नहीं देंदा, कुदरत के अंदर जो भी नाश हुंदा है वो नहीं करता। वो वखरियां ताकतां ने, वो ताकतां रब ने जरूर पैदा कीतियां ने। कुछ इस तरह की बड़ी गुंझलदार व्याख्या जिहड़ी सी वो इस गल बाबत होई भी ब्रह्म तो है, रब तो है, उसकी होंद भी है, सब कुछ है, पर पैदा वो नहीं कर रहा, पैदा कुछ होर कर रहा है। पैदा करने वाला कोई होर है, रोजी देण वाला कोई होर है, नाश करने वाला कोई होर है। इस करके तथा कथित शक्तियां देवी देव की होंद जिहड़ी है वो सामने आ गई। पैदा करने वाला ब्रह्मा है, रोजी देण वाला विष्णु है और नाश करने वाला शिव है। कुछ इस तरह की व्याख्या जिहड़ी सी वो सन्मुख आई। सतगुरु महाराज अपनी मुबारक बाणी अंदर थां पुर थां इस गल नूं बड़े जोरदार ढंग दे नाल बयान करते हैं। पैदा करने वाला करता आप है। इस संसार नूं उसने बनाया, इस संसार उसका सिर है। किसी तथा कथित शक्ति नूं उसने होंद विच लिआंदा ते फिर यह संसार बनिया, ऐसा नहीं। हजूर ने आख्या संसार दुनी सुहावा बाग है, ये उसका पैदा किया है। इसलिए शब्द महाराज ने बाणी च वरते ने, दुई कुदरत साजी है कर आसन डिठो चाओ। ये बड़ी खूबसूरत व्याख्या है करता पुरख लफज दी, शब्द दी। उसने कुदरत नूं साजिया, कर आसन ते कुदरत विच आप जम के बैठ गया, कुदरत विच वसिया होया है। डिठो चाओ संसार दा तमाशा चोज खेड वो वेख रहा है। आपन खेल आप कर देखै, खेल संकोच है तो नानक एक है। महाराज ने आख्या भी ब्रह्म है, यदी होंद भी मन लई, पर अगला प्रश्न जिहड़ा सी भी करता कोई होर है, रोजी कोई होर दिंदा है, नाश कोई होर दिंदा है। इन्नी गुंझलदार व्याख्या की जरूरत की है कि सानू इस गल उत्ते कोई दुबधा जां शक है भी जे अकाल पुरख सृष्टि का करता सीधा ही मान लिया जाए तो इस संसार नूं बनाउंदिआं होइआं उहदे उत्ते कोई लांछन लगदा है, कोई दूषण आउंदा है। ऐसा तो कुछ नहीं, वो तो करता है, पैदा करने वाला है। इस करके महाराज ने किसी तथा कथित शक्ति की होंद नूं प्रवान ना कीता भी वो पैदा कर दी है, जां रब तो बिना काल पुरख तो बिना पैदा कोई होर कर रहा है। हजूर ने आख्या वही पैदा करने वाला है, वही सिरजण वाला है। इस करके उन्होंने सिरजनहार, साजनहार, प्रतपालक मुढ़ले रूप में ही बाणी ने स्वीकार कर लिया ते नाल शब्द पा दिता पुरख भी वो अपनी बनाई कुदरत दे विच आप ही रम रहा है। दुई कुदरत साजी है कर आसन डिठो चाओ। वो अपनी कुदरत विच आप आसन ला के बैठा है, बाहर किधरे नहीं गया। बलिहारी कुदरत वसी है तेरा अंत ना जाई लगे। तू आप अपनी कुदरत विच वसिया ते तेरा अंत कोई नहीं, तेरा पारला बन्ना कोई नहीं। ऐसे शब्द सानू ये सोझी दिंदे ने भी वो करता है, करन वाला है, अपनी बनाई सृष्टि विच व्यापक है। तो असी ये समझना है कि असी अपना जीवन जिउंदिआं होइआं ना असी साडे राहीं भी बहुत कुछ वापरदा है, बहुत कुछ हुंदा है, बहुत कुछ असी क्रिएट कर लैंदे आ। पर साडे अंदर किधरे भी सूखम रूप विच भी हौमै ते हंकार दी लेस साडे मन नूं लगनी नहीं चाहिदी। मैं पैदा कीता, मेरे राहीं होया, मैं आ कीता, मैं ਉਹ कीता। सतगुरु की बाणी ने कहा है ना बार बार, मनुख हर गल दे उत्ते अपनी हौमे नूं वधाउंदा है। चंगा काम भी करदा है ते चाहुंदा मेरी हौमे भी नाल नाल थोड़ी थोड़ी वधदी रहे। चंगा काम करन तो बाद भी अपनी हौमे नूं पट्ठे पाउण दी कोशिश करदा है, अपना हौमे दा स्वरूप अगे रखदा है। सतगुरु सानू इन्हां बचनां दे राहीं कहंदे ने, वेखो सारी सृष्टि दा सिरजणहार करता है। हुण देखो सतगुरु की पावन बाणी दे अंदर ये संकेत दे के सानू सबनां नूं हौमे तो रहत जीवन जीउण की प्रेरणा करदिआं ते नाले ही तथा कथित शक्तियां की होंद तो साडा खਹਿੜਾ छुड़वा के महाराज ने सानू वाहिद एक अकाल पुरख नाल जोड़ दिता है। अगलेरा शब्द महाराज ने वरते निरभਉ। भਉ शब्द का अर्थ हुंदा है डर, खौफ, भै,
ਸਹਿਮ। ਪਰ ਇਹਦੇ ਨਾਲ ਜਦੋਂ ਨਿਰ ਸ਼ਬਦ ਲੱਗ ਗਿਆ ਤੇ ਇਹਦਾ ਮਤਲਬ ਹੈ ਸ਼ਬਦ ਦਾ ਅਰਥ ਵਿਰੋਧਾਭਾਸ ਵਾਲਾ ਹੋ ਗਿਆ। ਸ਼ਬਦ ਇਕੱਠੇ ਨੇ, ਨਿਰਭਉ, ਨਿਰਵੈਰ। ਪਰ ਇੱਥੇ ਇੱਕ ਬੜਾ ਹੀ ਸਵਾਦਲਾ ਵਿਚਾਰ ਹੈ ਵੀ ਡਰੀਏ ਤਾਂ ਡਰ ਹੋਵੇ ਹੋਰ। ਅਗਰ ਕੋਈ ਹੋਰ ਸਾਡੇ ਬਰਾਬਰ ਦੀ ਹਸਤੀ ਹੋਵੇ ਤਾਂ ਹੀ ਡਰ ਹੁੰਦਾ ਹੈ ਨਾ ਸਾਨੂੰ, ਫਲਾਣੇ ਆਦਮੀ ਕੋਲੋਂ ਮੈਨੂੰ ਇਹ ਖਤਰਾ ਨਾ ਹੋ ਜਾਏ, ਕੋਈ ਮੇਰਾ ਇਹ ਨਾ ਵਿਗਾੜਦਾ। ਅਸੀਂ ਸਮਝਦੇ ਹਾਂ ਵੀ ਮੇਰੇ ਤੋਂ ਕੋਈ ਤਕੜਾ ਹੈ, ਤਾਕਤਵਰ ਹੈ, ਜਾਂ ਮੇਰੇ ਕੋਈ ਬਰਾਬਰ ਦਾ ਉਹ ਮੇਰਾ ਨੁਕਸਾਨ ਕਰ ਸਕਦਾ। ਤੇ ਜੇ ਕੋਈ ਸਾਡੇ ਤੋਂ ਤਕੜਾ ਤਾਕਤਵਰ ਹੋਵੇ ਹੀ ਨਾ, ਤੇ ਜੇ ਕੋਈ ਸਾਡੇ ਬਰਾਬਰ ਦਾ ਵੀ ਨਾ ਹੋਵੇ, ਫਿਰ ਡਰ, ਫਿਰ ਭੈ ਹੋਣ ਦੀ ਸੰਭਾਵਨਾ ਹੀ ਕੋਈ ਨਹੀਂ। ਡਰ ਹੁੰਦਾ ਹੀ ਤਾਂ ਹੈ ਕਿਉਂਕਿ ਮੇਰੇ ਬਰਾਬਰ ਦਾ ਹੈ, ਮੇਰੇ ਤੋਂ ਕੋਈ ਤਾਕਤਵਰ ਹੈ, ਤਾਂ ਮਨ ਅੰਦਰ ਖਿਆਲ ਆਉਂਦਾ ਹੈ, ਇੱਕ ਭੈ ਹੈ, ਇੱਕ ਸਹਿਮ ਮਨ ਅੰਦਰ। ਅਗਰ ਹੋਵੇ ਹੀ ਨਾ ਕੋਈ ਤਕੜਾ ਹੋਵੇ ਤੇ ਨਾ ਕੋਈ ਬਰਾਬਰ ਦਾ ਹੋਵੇ, ਡਰ ਹੋਏਗਾ ਹੀ ਨਹੀਂ। ਤੋ ਕਰਤੇ ਦੀ ਸਿਫਤ ਹੈ ਅਸੀਂ ਸੰਸਾਰ ਅੰਦਰ ਡਰ ਅਧੀਨ ਜੀਉ ਲੈਂਦੇ ਹਾਂ। ਪਰ ਕਰਤੇ ਦੀ ਸਿਫਤ ਇਹ ਹੈ ਨਾ ਤਾਂ ਉਸ ਤੋਂ ਕੋਈ ਤਾਕਤਵਰ ਹੈ ਤੇ ਨਾ ਉਸ ਦੇ ਕੋਈ ਬਰਾਬਰ ਦਾ, ਇਸ ਕਰਕੇ ਉਹਨੂੰ ਭੈ ਹੋ ਹੀ ਨਹੀਂ ਸਕਦਾ। ਦੂਸਰਾ ਸ਼ਬਦ ਵਰਤਿਆ ਨਿਰਵੈਰ। ਵੈਰ ਸ਼ਬਦ ਦਾ ਅਰਥ ਹੈ ਦੁਸ਼ਮਣੀ ਪਗਾਉਣੀ। ਦੁਸ਼ਮਣੀ ਦੇ ਭਾਵ ਤਾਂ ਪੈਦਾ ਹੁੰਦੇ ਨੇ ਵੀ ਈਰਖਾ ਮਨ 'ਚ ਆ ਜਾਏ, ਨਫ਼ਰਤ ਆ ਜਾਏ, ਕੋਈ ਬਰਾਬਰ ਦਾ ਸ਼ਰੀਕ ਹੋਵੇ। ਪਰ ਕਿਆਸ ਕਰਕੇ ਦੇਖੋ, ਅਗਰ ਕੋਈ ਨਾ ਤਾਕਤਵਰ ਹੋਵੇ ਨਾ ਬਰਾਬਰ ਦਾ ਹੋਵੇ ਤਾਂ ਵੈਰ ਕਿਹਦੇ ਨਾਲ ਹੈ? ਹੋਏਗਾ ਹੀ ਨਹੀਂ। ਇਸ ਕਰਕੇ ਦੂਜੀ ਹਸਤੀ ਜਦੋਂ ਸਾਹਮਣੇ ਆਏਗੀ ਤਾਂ ਭੈ ਹੋਏਗਾ, ਡਰ ਹੋਏਗਾ। ਦੂਜੀ ਹਸਤੀ ਸਾਹਮਣੇ ਹੋਏਗੀ ਤਾਂ ਵੈਰ ਹੋਏਗਾ। ਪਰ ਗੁਰੂ ਨੇ ਤਾਂ ਇਹ ਨੁਕਤਾ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਵੀ ਉਹ ਇੱਕ ਹੀ ਹੈ, ਦੂਜਾ ਹੈ ਹੀ ਨਹੀਂ। ਇਸ ਕਰਕੇ ਨਾ ਡਰ ਦੀ ਸੰਭਾਵਨਾ ਹੈ ਤੇ ਨਾ ਵੈਰ ਦੀ ਸੰਭਾਵਨਾ ਹੈ, ਦੋਵੇਂ ਸੰਭਾਵਨਾਵਾਂ ਹੀ ਖਤਮ ਹੋ ਗਈਆਂ। ਸਤਿਗੁਰੂ ਮਹਾਰਾਜ ਨੇ ਇਸ ਦੀ ਬੜੀ ਸੁੰਦਰ ਵਿਆਖਿਆ ਬਾਣੀ ਦੇ ਅੰਦਰ ਕੀਤੀ ਹੈ। ਮੈਂ ਪੰਕਤੀ ਪਹਿਲਾਂ ਆਪ ਜੀ ਦੇ ਸਨਮੁਖ ਰੱਖੀ ਸੀ ਵੀ ਤੇਰਾ ਸ਼ਰੀਕ ਕੋ ਨਹੀਂ। ਸ਼ਰੀਕ ਦਾ ਅਰਥ ਹੁੰਦਾ ਹੈ ਬਰਾਬਰ ਵਾਲਾ, ਜਿਹੜਾ ਬਰਾਬਰ ਆ ਕੇ ਖਲੋਣ ਦੀ ਸਮਰੱਥਾ ਤੇ ਤਾਕਤ ਰੱਖਦਾ, ਹਸਤੀ ਰੱਖਦਾ। ਪਰ ਤੇਰਾ ਤੇ ਕੋਈ ਸ਼ਰੀਕ ਹੀ ਨਹੀਂ ਹੈ। ਤੇ ਅੱਗੇ ਸ਼ਬਦ ਵਰਤਿਆ ਨਾ ਕੋ ਕੰਟਕ ਵੈਰਾਈ, ਨਾ ਕੰਡੇ ਵਾਂਗ ਚੁਭਣ ਵਾਲਾ ਤੇਰਾ ਕੋਈ ਵੈਰੀ ਹੈ, ਨਾ ਤੇਰਾ ਕੋਈ ਵੈਰੀ ਹੈ। ਇਸ ਕਰਕੇ ਮਹਾਰਾਜ ਨੇ ਬਾਣੀ ਚ ਆਖਿਆ ਉਹ ਨਿਰਭਉ ਹੈ। ਤੇ ਹੇ ਮਨੁੱਖ, ਤੈਨੂੰ ਸਿੱਖਿਆ ਦਿੱਤੀ ਜਾਂਦੀ ਹੈ, ਜੇ ਤੂੰ ਸੰਸਾਰ ਦੇ ਵਹਿਮਾਂ ਭਰਮਾਂ ਦੇ ਔਰ ਅਣਚਿਤਵੇ ਹੋਏ ਐਸੇ ਡਰ ਤੋਂ ਮੁਕਤ ਹੋ ਕੇ ਨਿਰਭੈ ਜੀਵਨ ਵਾਲਾ ਬਣਨਾ ਚਾਹੁੰਦਾ ਹੈ ਤਾਂ ਤੇਰੇ ਲਈ ਇੱਕੋ ਹੀ ਸਾਧਨ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਤੇਰਾ ਸਾਰਾ ਭੈ ਦੂਰ ਹੋ ਜਾਏਗਾ, ਤੂੰ ਭੈ ਦੇ ਅਧੀਨ ਜਿਉਂਦਾ। ਦੋ ਕਾਰਨ ਮੰਨੇ ਨੇ ਸਿਆਣੇ ਪੁਰਖਾਂ ਨੇ ਸੰਸਾਰ ਦੇ ਅੰਦਰ ਇੱਕ ਅਕਾਲ ਪੁਰਖ ਤੋਂ ਛੁੱਟ ਬਾਕੀ ਚੀਜ਼ਾਂ ਦੀ ਪੂਜਾ ਕਰਨ ਦੇ। ਦੁਨੀਆ ਤਾਂ ਬੜੀਆਂ ਚੀਜ਼ਾਂ ਦੀ ਪੂਜਾ ਕਰਦੀ ਹੈ ਮਨੁੱਖ। ਵਜ੍ਹਾ ਦੋ ਕਾਰਨ। ਪਹਿਲਾ ਹੈ ਲਾਲਚ, ਮੈਨੂੰ ਆਹ ਮਿਲ ਜਾਏ, ਆਹ ਮਿਲ ਜਾਏ। ਇਹ ਭਾਵਨਾ ਮਨ 'ਚ ਰੱਖ ਕੇ ਬੰਦਾ ਥਾਂ ਥਾਂ ਭਟਕਦਾ ਹੈ ਤੇ ਕਈ ਕਰਮ ਕਰਦਾ ਹੈ, ਮੱਥੇ ਟੇਕਦਾ ਹੈ, ਪੂਜਾ ਕਰਦਾ ਹੈ, ਨਾਮ ਧਿਆਉਂਦਾ ਹੈ। ਤੇ ਦੂਸਰਾ ਕਾਰਨ ਹੈ ਡਰ। ਪਹਿਲਾ ਹੈ ਲਾਲਚ ਵੀ ਆਹ ਮਿਲ ਜਾਏ, ਆਹ ਮਿਲ ਜਾਏ। ਤੇ ਦੂਸਰਾ ਇੱਕ ਕਾਰਨ ਹੈ ਮਨੋਵਿਗਿਆਨਕ, ਉਹ ਹੈ ਡਰ, ਮੇਰਾ ਨੁਕਸਾਨ ਨਾ ਹੋ ਜਾਏ। ਅਗਰ ਮੈਂ ਨਾ ਕੀਤਾ ਤਾਂ ਪਤਾ ਨਹੀਂ ਕੀ ਹੋਏਗਾ, ਅਗਰ ਮੈਂ ਆਹ ਨਾ ਕੀਤਾ ਤਾਂ ਪਤਾ ਨਹੀਂ। ਇੱਕ ਡਰ ਸਦਾ ਹੀ ਉਹਦਾ ਪਹਿਰਾ ਮਨ ਦੇ ਉੱਤੇ ਲੱਗਾ ਰਹਿੰਦਾ। ਸੋ ਲਾਲਚ ਤੇ ਡਰ ਦੀ ਭਾਵਨਾ ਦੇ ਅਧੀਨ ਜਿਉਂਦਾ ਹੋਇਆ ਬੰਦਾ ਉਹ ਕੁਝ ਵੀ ਕਰਦਾ ਜਿਸ ਦਾ ਕੋਈ ਮਤਲਬ ਨਹੀਂ, ਜਿਸ ਦਾ ਕੋਈ ਅਰਥ ਨਹੀਂ। ਨਹੀਂ ਕਰਨਾ ਚਾਹੀਦਾ ਇਸ ਨੂੰ, ਉਹ ਵੀ ਕਰ ਰਿਹਾ, ਮਨਮੱਤਾਂ ਵੀ ਕਰ ਰਿਹਾ, ਕਰਮਕਾਂਡ ਵੀ ਕਰ ਰਿਹਾ। ਅਸੀਂ ਸਮਝਦੇ ਹਾਂ ਬੰਦੇ ਨੂੰ ਇਸ ਤਰ੍ਹਾਂ ਦੀ ਥਾਂ ਪੁਰ ਥਾਂ ਪੂਜਾ ਕਰਨੀ ਕੋਈ ਸ਼ੋਭ ਨਹੀਂ, ਕਿ ਚੰਗੀ ਗੱਲ ਹੈ, ਅਗਿਆਨਤਾ ਹੈ, ਤਾਂ ਸਮਝਣ ਵਾਲਾ ਸਮਝਦਾ। ਪਰ ਉਹਦੇ ਪਿੱਛੇ ਕਾਰਨ ਨੇ। ਕਾਰਨ ਕੀ ਹੈ? ਕਿ ਇੱਕ ਲਾਲਚ ਹੈ ਮਨ ਅੰਦਰ ਵੀ ਕੁਝ ਮਿਲ ਜਾਏਗਾ, ਤੇ ਇੱਕ ਡਰ ਹੈ ਮਨ ਅੰਦਰ ਵੀ ਕਿਧਰੇ ਜੋ ਹੈ ਉਹ ਨਾ ਚਲਿਆ ਜਾਏ, ਨੁਕਸਾਨ ਨਾ ਹੋ ਜਾਏ। ਲਾਲਚ ਤੇ ਡਰ ਦੀ ਭਾਵਨਾ ਦੇ ਵਿੱਚ ਮਨੁੱਖ ਥਾਂ ਥਾਂ ਭਟਕ ਰਿਹਾ। ਪਰ ਗੁਰੂ ਨੇ ਬੜਾ ਹੀ ਸਪਸ਼ਟ ਜਿਹਾ ਸੁਨੇਹਾ ਦਿੰਦੇ ਆ ਕਿਹਾ, ਤੇਰਾ ਡਰ ਤਦੇ ਹੀ ਮਿਟ ਸਕਦਾ ਜੇ ਤੂੰ ਧਿਆਏ, ਜੇ ਤੂੰ ਸਿਮਰੇ ਤੇ ਚਿਤਵੇਂ, ਚਿੰਤਨ ਕਰੇ ਕੇਵਲ ਐਸੀ ਹਸਤੀ ਦਾ ਜਿਹੜੀ ਨਿਰਭਉ ਹੈ। ਬਾਕੀ ਕੋਈ ਭੈ ਤੋਂ ਰਹਿਤ ਨਹੀਂ ਇਸ ਸੰਸਾਰ ਦਾ। ਤਾਈਓ ਮਹਾਰਾਜ ਨੇ ਮੁਬਾਰਕ ਬਾਣੀ ਦੇ ਵਿੱਚ ਆਖਿਆ ਨਾ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਭਉ ਦਾ ਅਰਥ ਹੋਰ ਵੀ ਹੈ। ਭਉ ਦਾ ਅਰਥ ਹੈ ਹੁਕਮ ਦੇ ਅਧੀਨ ਰਹਿਣ ਵਾਲਾ। ਜਿਹੜਾ ਦੂਸਰੇ ਦੇ ਹੁਕਮ ਦੇ ਅਧੀਨ ਰਹਿੰਦਾ ਹੈ ਉਹ
ਅੰਡਰ ਕੰਟਰੋਲ ਹੈ, ਕੰਟਰੋਲ ਵਿੱਚ ਹੈ ਉਹ। ਪਰ ਕਰਤੇ ਦੀ ਹਸਤੀ ਐਸੀ ਹੈ ਵੀ ਉਹਦੇ ਉੱਤੇ ਕਿਸੇ ਦਾ ਕੰਟਰੋਲ ਨਹੀਂ। ਉਹ ਹੁਕਮ ਦਾ ਮਾਲਕ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਉਹ ਅਕਾਲ ਪੁਰਖ ਵਾਹਿਗੁਰੂ ਹੁਕਮ ਦਾ ਮਾਲਕ ਹੈ, ਪਰ ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ। ਇਸ ਕਰਕੇ ਮਹਾਰਾਜ ਨੇ ਕਿਹਾ ਭੈ ਮੈਂ ਰਚੋ ਸਭ ਸੰਸਾਰਾ, ਸਾਰਾ ਸੰਸਾਰ ਭੈ 'ਚ ਹੈ। ਭੈ ਦਾ ਅਰਥ ਹੈ ਵੀ ਹੁਕਮ ਵਿੱਚ ਹੈ, ਪਰ ਉਹ ਕਰਤਾ ਪੁਰਖ ਵਾਹਿਗੁਰੂ, ਉਹਦੇ ਸਿਰ ਤੇ ਕਿਸੇ ਦਾ ਹੁਕਮ ਨਹੀਂ, ਉਹਦੇ ਸਿਰ ਤੇ ਕਿਸੇ ਦਾ ਭਉ ਨਹੀਂ। ਉਹ ਹੁਕਮ ਤੋਂ ਬਾਹਰ ਹੈ, ਉਹ ਹੁਕਮ ਦਾ ਸਿਰਜਕ ਹੈ, ਉਹਦੇ ਉੱਤੇ ਕੋਈ ਹੁਕਮ ਲਾਗੂ ਨਹੀਂ ਹੁੰਦਾ। ਇਸ ਕਰਕੇ ਧਰਮ ਦੀ ਦੁਨੀਆ ਅੰਦਰ ਵਿਚਰਨ ਵਾਲੇ ਲੋਕ, ਜਾਂ ਧਰਮ ਦੇ ਨਾਮ ਦੇ ਉੱਤੇ ਕਰਮ ਕਰਨ ਵਾਲੇ ਲੋਕ, ਜਿਨ੍ਹਾਂ ਦੀ ਕੁਝ ਤਾਕਤ ਬਣ ਜਾਂਦੀ ਹੈ ਧਰਮ ਦੀ ਦੁਨੀਆ ਅੰਦਰ, ਅਕਸਰ ਉਹ ਐਸਾ ਹੰਕਾਰੀ ਬੋਲ ਬੋਲਦੇ ਸੁਣੇ ਗਏ ਨੇ, ਅਸੀਂ ਰੱਬ ਤੱਕ ਤੁਹਾਡੀ ਗੱਲ ਪਹੁੰਚਾ ਦਿਆਂਗੇ, ਅਸੀਂ ਰੱਬ ਨੂੰ ਇਹ ਕਹਿ ਦਿਆਂਗੇ। ਜਾਂ ਸਾਡੇ ਮਨਾਂ ਅੰਦਰ ਇਹ ਭਰਮ ਜ਼ਰੂਰ ਹੁੰਦਾ ਵੀ ਇਹ ਕਹਿਣਗੇ ਤੇ ਰੱਬ ਮੰਨ ਜਾਏਗਾ। ਅਸੀਂ ਮੰਨਦੇ ਹਾਂ ਵੀ ਰੱਬ ਇਹਨਾਂ ਦਾ ਨੌਕਰ ਹੈ, ਇਹ ਕਹਿਣਗੇ ਤੇ ਰੱਬ ਜ਼ਰੂਰ ਮੰਨੇਗਾ। ਪਰ ਗੁਰੂ ਨੇ ਬਾਣੀ ਦੇ ਅੰਦਰ ਇੱਕ ਸ਼ਬਦ ਜ਼ਰੂਰ ਕਿਹਾ ਸਾਨੂੰ ਸੇਧ ਦਿੰਦਿਆਂ। ਹਜ਼ੂਰ ਆਖਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਤੈਨੂੰ ਕੋਈ ਸਲਾਹ ਨਹੀਂ ਦੇ ਸਕਦਾ। ਸਲਾਹ ਦੀ ਲੋੜ ਉੱਥੇ ਪੈਂਦੀ ਹੈ ਜਿੱਥੇ ਸਾਨੂੰ ਅਹਿਸਾਸ ਹੋਵੇ ਵੀ ਹੋ ਸਕਦਾ ਅਸੀਂ ਗਲਤ ਫੈਸਲਾ ਨਾ ਲੈ ਲਈਏ, ਡਾਊਟ ਹੈ ਸਾਨੂੰ ਆਪਣੀ ਅਕਲ ਉੱਤੇ, ਆਪਣੀ ਮੱਤ ਉੱਤੇ। ਇਸ ਕਰਕੇ ਅਸੀਂ ਦੂਸਰੇ ਦੀ ਮਦਦ ਲੈਂਦੇ ਵੀ ਅਸੀਂ ਤੁਹਾਡੇ ਕੋਲ ਸਲਾਹ ਲੈਣ ਆਏ, ਸਾਨੂੰ ਦੱਸੋ ਕੀ ਕਰਨਾ ਚਾਹੀਦਾ। ਸਲਾਹ ਦੀ ਲੋੜ ਤਾਂ ਉੱਥੇ ਹੈ ਨਾ ਜਿੱਥੇ ਡਾਊਟ ਹੋਵੇ ਵੀ ਕੋਈ ਗਲਤ ਨਾ ਹੋ ਜਾਏ, ਕਿਧਰੇ ਮੇਰਾ ਫੈਸਲਾ ਗਲਤ ਹੀ ਨਾ ਹੋਵੇ। ਕਿ ਐਸਾ ਡਾਊਟ, ਐਸਾ ਸ਼ੱਕ, ਐਸੀ ਦੁਬਿਧਾ ਅਕਾਲ ਪੁਰਖ ਦੇ ਪ੍ਰਤੀ ਬਿਆਨ ਕੀਤੀ ਜਾ ਸਕਦੀ ਹੈ ਵੀ ਉਹ ਗਲਤੀ ਕਰਦਾ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਸਤਿਗੁਰੂ ਦੀ ਮੁਬਾਰਕ ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਤੇ ਜਦੋਂ ਭੁੱਲਦਾ ਹੀ ਨਹੀਂ ਫਿਰ ਉਹਨੂੰ ਸਲਾਹ ਦੇਣ ਦਾ ਅਰਥ ਕੀ ਹੈ? ਉਹਨੂੰ ਕੋਈ ਸਲਾਹ ਤੇ ਨਹੀਂ ਨਾ ਦੇ ਸਕਦਾ ਮੈਂ ਤੈਨੂੰ ਸਲਾਹ ਦੇ ਰਿਹਾ ਵੀ ਤੂੰ ਇਹ ਕਰ, ਇਹ ਨਾ ਕਰ। ਜਿਹੜੇ ਧਰਮ ਗੁਰੂ ਇਹ ਗੱਲ ਕਹਿੰਦੇ ਨੇ ਮੈਂ ਸਲਾਹ ਦਿੰਦਾ ਹਾਂ, ਮੈਂ ਕਹਿ ਦਿਆਂਗਾ, ਮੈਂ ਤੁਹਾਡੀ ਗੱਲ ਰੱਬ ਤੱਕ ਪਹੁੰਚਾ ਦਿਆਂਗਾ, ਉਹ ਇਹ ਸਾਬਤ ਕਰਦੇ ਨੇ ਵੀ ਸਾਡੀ ਮਰਜ਼ੀ, ਸਾਡੀ ਸਲਾਹ ਦੇ ਨਾਲ ਰੱਬ ਨੂੰ ਕੰਮ ਕਰਨਾ ਪੈ ਰਿਹਾ। ਹੁਣ ਉਹਦੀ ਆਪਣੀ ਸਲਾਹ ਜਿਹੜੀ ਉਹ ਨੀਵੀਂ ਰਹਿ ਗਈ ਹੈ, ਉਹਦੀ ਆਪਣੀ ਅਕਲ ਛੋਟੀ ਹੋ ਗਈ ਹੈ, ਇਸ ਕਰਕੇ ਸਾਡੀ ਅਕਲ ਦਾ ਸਹਾਰਾ ਲੈਂਦਾ ਉਹ। ਇਹ ਬੜੀ ਅਜੀਬ ਗੱਲ ਹੈ। ਜਿਸ ਰੱਬ ਨੂੰ ਸਰਵ ਸ਼ਕਤੀਮਾਨ ਕਿਹਾ ਜਾਂਦਾ ਉਸ ਨੂੰ ਸਲਾਹ ਵੀ ਦਿੱਤੀ ਜਾਂਦੀ ਹੈ। ਤੋ ਸਤਿਗੁਰੂ ਮਹਾਰਾਜ ਨੇ ਇਸ ਭਰਮ ਨੂੰ ਵੀ ਨਾਲ ਤੋੜ ਦਿੱਤਾ ਹੈ। ਆਖਿਆ ਉਹਦੇ ਸਿਰ ਉੱਤੇ ਕਿਸੇ ਦਾ ਹੁਕਮ ਨਹੀਂ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਔਰ ਅਗਲੇਰੀ ਗੱਲ ਕਹੀਏ ਉਹ ਨਿਰਵੈਰ, ਵੈਰ ਦੀ ਭਾਵਨਾ ਤੋਂ ਮੁਕਤ ਹੈ। ਨਿਰਹਾਰੀ ਕੇਸ਼ਵ ਨਿਰਵੈਰਾ, ਉਹਦੇ ਅੰਦਰ ਵੈਰ ਦੀ ਭਾਵਨਾ ਕਿਸੇ ਵਾਸਤੇ ਨਹੀਂ। ਉਹ ਸਮਸਤ ਸੰਸਾਰ ਦੇ ਜੀਆਂ ਨੂੰ, ਇਹ ਠੀਕ ਹੈ ਅਸੀਂ ਆਪਣੀ ਅਕਲ ਦੇ ਬੁੱਧ ਦੇ ਮਿਆਰ ਮੁਤਾਬਕ ਚੱਲਦੇ ਹਾਂ, ਜਗਤ ਨੂੰ ਵੇਖਦੇ ਹਾਂ, ਕੋਈ ਦੁਖਿਆਰਾ ਸਾਨੂੰ ਨਜ਼ਰ ਆਉਂਦਾ ਹੈ, ਜਨਮ ਸਿੱਧ ਦੁਖਿਆਰਾ ਆ ਜਾਏ, ਕੋਈ ਕੁਦਰਤੀ ਆਫਤ ਆ ਜਾਏ, ਅਸੀਂ ਕਹਿੰਦੇ ਹਾਂ ਰੱਬ ਨੂੰ, ਰੱਬ ਨੇ ਬੜਾ ਵੈਰ ਕੱਢਿਆ ਸਾਡੇ ਨਾਲ, ਬੜਾ ਬੁਰਾ ਕੀਤਾ, ਇਹ ਰੱਬ ਨੂੰ ਸ਼ੋਭਾ ਨਹੀਂ ਸੀ ਦਿੰਦਾ। ਪਰ ਗੁਰੂ ਨਾਨਕ ਮਹਾਰਾਜ ਨੇ ਇੱਕ ਨੁਕਤਾ ਹੋਰ ਵੀ ਬਿਆਨ ਕਰ ਦਿੱਤਾ ਹੈ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਜੋ ਸਾਡੇ ਕੋਲ ਨਹੀਂ ਅਸੀਂ ਕਹਿੰਦੇ ਹਾਂ ਰੱਬ ਜੇ ਦੇ ਦਿੰਦਾ, ਇਹਦਾ ਕੀ ਜਾਂਦਾ, ਇਹਨੇ ਵੈਰ ਕੀਤਾ ਮੇਰੇ ਨਾਲ, ਚੰਗਾ ਨਹੀਂ ਕੀਤਾ, ਰੱਬ ਨੇ ਪੱਖਪਾਤ ਕਰ ਲਿਆ, ਭੇਦਭਾਵ ਕਰ ਲਿਆ। ਅਸੀਂ ਐਸੇ ਦੂਸ਼ਣ ਰੋਪਦੇ ਹਾਂ, ਉਲਾਂਭੇ ਦਿੰਦੇ ਹਾਂ, ਸ਼ਿਕਵੇ ਆਉਂਦੇ ਨੇ ਮਨ ਅੰਦਰ। ਪਰ ਗੁਰੂ ਇੱਕ ਬਾਣੀ ਦੇ ਅੰਦਰ ਬਚਨ ਕਹਿੰਦੇ ਨੇ, ਇਹ ਬਚਨ, ਇਹ ਉਲਾਂਭੇ, ਇਹ ਸ਼ਿਕਵੇ ਤਾਂ ਹੁੰਦੇ ਨੇ ਜਦੋਂ ਅਸੀਂ ਮੰਨ ਲੈਂਦੇ ਹਾਂ ਵੀ ਅਸੀਂ ਜੋ ਸੋਚ ਰਹੇ ਹਾਂ ਉਹ ਠੀਕ ਹੈ, ਸਾਡਾ ਮਿਆਰ ਬਹੁਤ ਉੱਚਾ ਹੈ। ਪਰ ਗੁਰੂ ਬਾਣੀ ਦੇ ਵਿੱਚ ਆਖਦੇ ਨੇ ਬੱਚਾ ਅੱਗ ਦੇ ਵਿੱਚ ਹੱਥ ਪਾਉਣਾ ਚਾਹੁੰਦਾ, ਸੱਪ ਨਾਲ ਖੇਡਣਾ ਚਾਹੁੰਦਾ, ਮਾਂ ਬਾਪ ਉਸ ਨੂੰ ਰੋਕਦੇ, ਤਾੜਨਾ ਕਰਦੇ, ਬੱਚਾ ਮੰਨ ਲੈਂਦਾ ਵੀ ਮਾਂ ਨੇ ਚੰਗਾ ਨਹੀਂ ਕੀਤਾ, ਮੈਨੂੰ ਟੋਕਾ ਟਾਕੀ ਤਾੜਨਾ ਕਰਕੇ ਥੱਪੜ ਮਾਰ ਕੇ ਚੰਗਾ ਨਹੀਂ ਕੀਤਾ, ਪਿਤਾ ਨਾਲ ਰੁੱਸ ਜਾਂਦਾ ਹੈ। ਹਾਲਾਂਕਿ ਬਾਪ ਨੇ, ਮਾਂ ਨੇ ਅਗਰ ਰੋਕਿਆ ਤਾਂ ਬੱਚੇ ਦੇ ਭਲੇ ਲਈ ਰੋਕਿਆ, ਉਸ ਨੂੰ ਖੇਡਣ ਤੋਂ ਮਨਾਹੀ ਕੀਤੀ, ਪਰ ਬੱਚੇ ਦਾ ਮਿਆਰ ਹੈ, ਉਹ ਆਪਣੇ ਮਿਆਰ ਮੁਤਾਬਕ ਸੋਚਦਾ ਹੈ। ਮਾਂ ਨਾਲ ਵੀ ਰੁਸੇਵਾਂ ਹੈ, ਬਾਪ ਨਾਲ ਵੀ ਰੁਸੇਵਾਂ ਹੈ, ਰੋਕਣ ਵਾਲੇ ਨਾਲ ਰੁਸੇਵਾਂ ਤੇ ਉਲਾਂਭਾ ਹੈ, ਸ਼ਿਕਵਾ ਹੈ। ਹੁਣ ਕੀ ਉਹਦਾ ਸ਼ਿਕਵਾ ਜਾਇਜ਼ ਹੈ? ਸੋਚ ਕੇ ਦੇਖੋ। ਅਗਰ ਉਹ ਅੱਗ 'ਚ ਹੱਥ ਪਾਏਗਾ ਤਾਂ ਉਹਦਾ ਹੱਥ ਸੜੇਗਾ ਨਾ, ਪਰ ਉਹਦਾ ਸ਼ਿਕਵਾ ਜਾਇਜ਼ ਨਹੀਂ। ਪਰ ਉਹ ਸੋਚਦਾ ਆਪਣੇ ਮਿਆਰ ਮੁਤਾਬਕ। ਕਿ ਅਸੀਂ ਵੀ ਕਈ ਵਾਰ ਜੀਵਨ ਵਿੱਚ ਆਪਣੇ ਮਿਆਰ ਮੁਤਾਬਕ ਸੋਚਦੇ ਹਾਂ, ਪਰ ਗੁਰੂ ਮਹਾਰਾਜ ਬਾਣੀ 'ਚ ਆਖਦੇ ਨੇ ਉਹ ਵੈਰ ਤੋਂ ਰਹਿਤ ਹੈ। ਅਕਾਲ ਮੂਰਤ, ਅਕਾਲ ਦਾ ਅਰਥ ਹੈ ਕਾਲ ਦੀ ਬੰਦਸ਼, ਸਮੇਂ ਦੀ ਬੰਦਸ਼, ਸਮੇਂ ਦੇ ਪ੍ਰਹੇਜ਼ ਤੋਂ ਪਰੇ। ਮੂਰਤ ਸ਼ਬਦ ਦਾ ਅਰਥ ਹੈ ਹਸਤੀ, ਸਰੂਪ।
ਮੂਰਤ ਸ਼ਬਦ ਹੋਰ ਅਰਥਾਂ ਦੇ ਵਿੱਚ ਵੀ ਆਉਂਦਾ ਹੈ। ਜਦੋਂ ਇਸ ਨੂੰ ਸਿਹਾਰੀ ਨਹੀਂ ਲੱਗੀ ਹੋਏਗੀ, ਤੱਤੇ ਨੂੰ ਔਂਕੜ ਹੋਏਗਾ, ਇੱਕ ਮੂਰਤ ਇੱਕ ਸਮੇਂ ਦੀ ਗੱਲ। ਜਦੋਂ ਤੱਤੇ ਨੂੰ ਔਂਕੜ ਵੀ ਨਹੀਂ ਲੱਗਾ ਹੋਏਗਾ, ਉਦੋਂ ਆਏਗਾ ਬਹੁਤੇ ਮੂਰਤ ਬਹੁਤੇ ਸਮੇਂ। ਪੜ੍ਹਦੇ ਹੋ ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ। ਮੂਰਤ ਬਹੁਤੇ ਸਮਿਆਂ ਦੀ ਗੱਲ ਹੈ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਉਥੇ ਤੱਤੇ ਨੂੰ ਔਂਕੜ ਲੱਗਾ, ਉਚਾਰਨ ਹੋਏਗਾ ਮੂਰਤ ਸਮਾਂ। ਪਰ ਇੱਥੇ ਮੂਰਤ ਦਾ ਅਰਥ ਮੂਰਤ ਸਮਾਂ ਨਹੀਂ, ਇੱਥੇ ਉਸ ਕਰਤੇ ਦਾ, ਅਕਾਲ ਪੁਰਖ ਦਾ, ਇੱਕ ਪ੍ਰਮਾਤਮਾ ਦਾ ਜੋ ਸਰੂਪ ਹੈ, ਉਹ ਕਾਲ ਤੋਂ, ਸਮੇਂ ਤੋਂ, ਮੌਤ ਤੋਂ ਪਰੇ ਦਾ ਹੈ। ਉਹਦੇ ਉੱਤੇ ਸਮਾਂ ਵੀ ਨਹੀਂ। ਨਾ ਉਹ ਜਨਮਿਆ, ਨਾ ਉਹਨੇ ਬਚਪਨ ਵਿੱਚ ਖੇਡਣਾ, ਨਾ ਉਹਨੇ ਜਵਾਨੀ ਮੰਨਣੀ ਹੈ, ਨਾ ਉਹਨੇ ਬੁਢੇਪੇ 'ਚ ਆਉਣਾ, ਤੇ ਨਾ ਉਹਨੇ ਮਰਨਾ। ਸਤਿਗੁਰੂ ਨੇ ਬੜਾ ਸਪਸ਼ਟ ਕਹਿ ਦਿੱਤਾ ਹੈ, ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ। ਸਤਿਗੁਰੂ ਨੇ ਆਖਿਆ ਤੂੰ ਅਕਾਲ ਪੁਰਖ ਹੈ, ਤੇਰੇ ਸਿਰ ਉੱਤੇ ਕਾਲ ਨਹੀਂ, ਮੌਤ ਨਹੀਂ, ਸਮੇਂ ਦੀ ਬੰਦਿਸ਼ ਕੋਈ ਨਹੀਂ। ਇਸ ਕਰਕੇ ਮਹਾਰਾਜ ਨੇ ਸ਼ਬਦ ਕਹਿ ਦਿੱਤੇ, ਉਹਦਾ ਸਰੂਪ ਜਿਹੜਾ ਹੈ, ਉਹਦੇ ਜੋ ਗੁਣ ਨੇ, ਉਹਨਾਂ ਗੁਣਾਂ 'ਚ ਸਭ ਤੋਂ ਵਡੇਰਾ ਗੁਣ ਹੈ ਵੀ ਕਾਲ ਦਾ, ਸਮੇਂ ਦਾ ਉਹਦੇ ਉੱਤੇ ਪ੍ਰਭਾਵ ਕੋਈ ਨਹੀਂ, ਉਹ ਮਰਦਾ ਕੋਈ ਨਹੀਂ। ਜਿਹੜੇ ਅਸੀਂ ਭਗਵਾਨ ਦੁਨੀਆ 'ਚ ਬਣਾ ਲੈਂਦੇ ਆ ਨਾ, ਉਹਨਾਂ ਦੀ ਕਮਜ਼ੋਰੀ ਇਹ ਹੈ ਵੀ ਉਹ ਵਿਚਾਰੇ ਜਨਮਦੇ ਵੀ ਨੇ, ਉਹ ਜਿਉਂਦੇ ਵੀ ਨੇ, ਤੇ ਸਮਾਂ ਪਾ ਕੇ ਮਰ ਵੀ ਜਾਂਦੇ ਨੇ। ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਕੀ ਭਗਵਾਨ, ਕੀ ਰੱਬ ਮਰ ਸਕਦਾ? ਕਤਈ ਨਹੀਂ ਮਰ ਸਕਦਾ। ਉਹ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹਦੇ ਉੱਤੇ ਕਾਲ ਹਾਵੀ ਨਹੀਂ। ਤਾਂ ਸਤਿਗੁਰੂ ਮਹਾਰਾਜ ਨੇ ਸਾਡੇ ਅੰਦਰ ਦੀ ਦੁਬਿਧਾ ਨੂੰ ਬਾਹਰ ਕੱਢ ਦਿੱਤਾ ਔਰ ਆਖਿਆ ਉਹਦਾ ਸਰੂਪ ਕਾਲ ਤੋਂ, ਸਮੇਂ ਤੋਂ ਪਰੇ ਹੈ, ਅਜੂਨੀ, ਜੂਨਾ ਵਿੱਚ ਨਹੀਂ ਆਉਂਦਾ। ਭਾਵੇਂ ਉਹ ਸਾਰੇ ਸੰਸਾਰ ਵਿੱਚ ਵਸਿਆ ਹੋਇਆ ਹੈ, ਪਰ ਉਹਦੇ ਬਾਰੇ ਇਹ ਕਹਿਣਾ ਵੀ ਆਹ ਚੀਜ਼ ਹੀ ਰੱਬ ਹੈ, ਆਹ ਫਲਾਨੀ ਚੀਜ਼ ਹੀ ਅਕਾਲ ਪੁਰਖ ਹੈ, ਰੱਬ ਹੈ, ਭਗਵਾਨ ਹੈ, ਐਸਾ ਮੰਨ ਲੈਣ ਦੇ ਨਾਲ ਇਹ ਸੰਭਾਵਨਾ ਬਣ ਗਈ। ਅਸੀਂ ਇਹ ਤੈਅ ਕਰ ਲਿਆ ਵੀ ਰੱਬ ਨੇ ਆ ਰੂਪ ਧਾਰਨ ਕਰ ਲਿਆ, ਰੱਬ ਇਹੋ ਹੀ ਹੈ, ਬਾਕੀ ਕੁਝ ਨਹੀਂ। ਤੋ ਇਸ ਕਰਕੇ ਸਾਡੀ ਇੱਕ ਚੀਜ਼ ਦੇ ਪ੍ਰਤੀ ਸੰਵੇਦਨਾ ਹੋਰ ਹੋ ਜਾਂਦੀ ਹੈ, ਦੂਜੇ ਪ੍ਰਤੀ ਕੁਝ ਹੋਰ ਭਾਵ ਹੋ ਜਾਂਦੇ ਨੇ। ਮਹਾਰਾਜ ਨੇ ਆਖਿਆ ਵੀ ਉਹ ਜੂਨਾ ਚਾਹੁੰਦਾ ਹੀ ਨਹੀਂ, ਸੰਕਟ ਨਹੀਂ ਪਰੈ, ਜੋਨ ਨਹੀਂ ਆਵੈ। ਜਿਹੜਾ ਜੂਨਾ ਚਾਹੁੰਦਾ ਨਾ, ਉਹਦੇ ਤੇ ਦੁੱਖ ਸੁੱਖ ਹਾਵੀ ਜ਼ਰੂਰ ਹੋਣਗੇ, ਸੁਭਾਵਿਕ ਗੱਲ ਹੈ। ਬੱਚੇ ਨੇ ਜਨਮ ਲਿਆ, ਕੋਈ ਚੀਜ਼ ਬਣੀ ਹੈ, ਸਮੇਂ ਦਾ ਪ੍ਰਭਾਵ ਉਹਦੇ ਉੱਤੇ ਪੈਣਾ, ਉਹਨੂੰ ਸੰਕਟ ਵੀ ਹੈ, ਉਹਨੂੰ ਕਈ ਦੁੱਖ ਸੁੱਖ ਹੰਡਾਉਣੇ ਪੈਣਗੇ, ਇਹ ਕੁਦਰਤ ਦਾ ਨੇਮ ਹੈ। ਪਰ ਕਬੀਰ ਸਾਹਿਬ ਕਹਿੰਦੇ ਸੰਕਟ ਨਹੀਂ ਪਰੈ, ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋ ਰੇ, ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕੇ ਮਾਈ ਨਾ ਬਾਪੋ ਰੇ। ਨਾ ਜਿਹਦੀ ਮਾਂ ਹੈ ਨਾ ਬਾਪ ਹੈ, ਮਾਂ ਬਾਪ ਦੇ ਸੰਜੋਗ ਤੋਂ ਪੈਦਾ ਨਹੀਂ ਹੁੰਦਾ। ਬੜਾ ਉੱਤਮ ਵਾਕ ਬਾਣੀ ਦੇ ਵਿੱਚ ਦਰਜ ਹੈ, ਤੁਮ ਜੋ ਕਹਿ ਤੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾਕੋ ਰੇ, ਧਰਤੇ ਆਕਾਸ਼ ਦਸੂ ਦਿਸ਼ ਨਾਹੀ, ਤਾਬੇ ਨੰਦ ਕਹਾ ਥੋਰੇ। ਗੁਰੂ ਨੇ ਆਖਿਆ ਵੀ ਜੇ ਮੰਨ ਲਿਆ ਜਾਏ ਭਗਵਾਨ ਫਲਾਣੇ ਘਰ 'ਚ ਪੈਦਾ ਹੋਇਆ, ਤੇ ਦੱਸੋ ਉਹਨੂੰ ਕਿਹਨੇ ਪੈਦਾ ਕੀਤਾ? ਮਾਂ ਬਾਪ ਨੇ। ਉਹ ਮਾਂ ਬਾਪ ਕਿਹਨੇ ਪੈਦਾ ਕੀਤੇ ਨੇ? ਕਿਉਂਕਿ ਭਗਵਾਨ ਤਾਂ ਅੱਜ ਜੰਮ ਰਿਹਾ। ਮਾਂ ਬਾਪ ਪਹਿਲੋਂ ਜੰਮੇ ਹੋਣਗੇ ਤੇ ਮਗਰੋਂ ਭਗਵਾਨ ਜਨਮੇਗਾ ਨਾ। ਹੁਣ ਜੇ ਅੱਜ ਭਗਵਾਨ ਨੇ ਜਨਮ ਲਿਆ, ਇੰਨੀ ਥਿਤ ਨੂੰ ਜਨਮ ਲਿਆ, ਇਹਦਾ ਮਤਲਬ ਉਹਦੇ ਮਾਤਾ ਪਿਤਾ ਕੁਝ ਸਾਲ ਪਹਿਲਾਂ ਜੰਮੇ ਨੇ। ਫਿਰ ਉਹਨਾਂ ਨੂੰ ਕਿਹਨੇ ਪੈਦਾ ਕੀਤਾ? ਤੁਸੀਂ ਪਛਾਣ ਨੂੰ ਤੁਰਦੇ ਜਾਓਗੇ, ਲੜੀ ਮੁੱਕੇਗੀ ਨਹੀਂ। ਪਰ ਗੁਰੂ ਨੇ ਸਪਸ਼ਟ ਕਰ ਦਿੱਤਾ, ਸਗਲ ਪਰਾਧ ਦੇ ਲੋ ਰੋਨੀ, ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ। ਉਹ ਜ਼ਬਾਨ ਸੜ ਜਾਏ ਜਿਹੜੀ ਕਹਿੰਦੀ ਹੈ ਰੱਬ ਜੂਨਾ ਚਾਹੁੰਦਾ, ਤਾਂ ਨਾ ਉਸ ਨੂੰ ਪਸ਼ੂ ਦਾ ਰੂਪ ਧਾਰ ਕੇ, ਨਾ ਪੰਛੀ ਦਾ, ਨਾ ਜੀਵਾਂ ਦਾ, ਨਾ ਕਿਸੇ ਸੂਰ ਦਾ, ਨਾ ਕਿਸੇ ਹੋਰ ਦਾ, ਐਸੇ ਉਸ ਨੂੰ ਰੂਪ ਧਾਰਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉਹਦੀ ਰਜ਼ਾ, ਉਹਦਾ ਹੁਕਮ ਹੀ ਸਾਰੀ ਕੁਦਰਤ ਨੂੰ ਚਲਾਉਣ ਦੀ ਸਮਰੱਥਾ ਰੱਖਦਾ। ਤੋ ਸਤਿਗੁਰੂ ਨੇ ਅਗਲੇਰਾ ਸ਼ਬਦ ਵਰਤਿਆ ਸੈ ਭੰਗ। ਸੈ ਭੰਗ ਦਾ ਅਰਥ ਹੈ ਸਵਯੰ ਭੂ, ਆਪਣੇ ਆਪ ਤੋਂ ਪੈਦਾ ਹੋਣ ਵਾਲਾ। ਤੋ ਉਹਨੂੰ ਫਿਰ ਬਣਾਇਆ ਕਿੰਨੇ ਆ? ਬੜਾ ਅਹਿਮ ਸਵਾਲ ਹੈ। ਉਹਨੂੰ ਸਿਰਜਿਆ ਕਿੰਨੇ? ਹਜ਼ੂਰ ਨੇ ਆਖਿਆ ਉਹਦੀ ਹਸਤੀ ਆਪਣੇ ਆਪ ਤੋਂ ਹੈ। ਵਿਦਵਾਨ ਇੱਕ ਗੱਲ ਬੜੀ ਸਵਾਦਲੀ ਲਿਖਦੇ ਨੇ, ਕਹਿੰਦੇ ਨੇ ਜਿਹੜਾ ਸੈ ਭੰਗ ਸ਼ਬਦ ਹੈ ਨਾ, ਇਹ ਦਲੀਲ ਦਾ ਨਹੀਂ, ਇਹਦੇ ਉੱਤੇ ਕੇਵਲ ਵਿਸ਼ਵਾਸ ਟਿਕਾਇਆ ਜਾ ਸਕਦਾ। ਤੋ ਆਪਣੇ ਆਪ ਤੋਂ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ, ਕਰੇ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇ ਪਸਾਓ, ਤੂੰ ਜਾਣੋਈ ਸਭ ਸੈ ਦੇ ਲੈਸੈ, ਜਿੰਦ ਕਵਾਓ, ਕਰੇ ਆਸਨ ਡਿਠੋ ਚਾਓ। ਅਖੀਰਲਾ ਇਸ ਮੰਗਲਾ ਚਰਨ ਦਾ ਜੋ ਸ਼ਬਦ ਹੈ ਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਕਿਰਪਾ। ਸੁਖਮਨੀ ਸਾਹਿਬ 'ਚ ਆਪ ਪੜ੍ਹਦੇ ਹੋ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਪ੍ਰਸਾਦ ਰਾਹੀਂ ਕਿਰਪਾ ਦੇ ਨਾਲ। ਇਹਦਾ ਉਚਾਰਨ ਪ੍ਰਸ਼ਾਦ ਨਹੀਂ ਹੈ, ਇਹਦਾ ਉਚਾਰਨ ਪ੍ਰਸਾਦ ਹੈ। ਪ੍ਰਸਾਦ ਦਾ ਅਰਥ ਹੈ ਕਿਰਪਾ, ਰਹਿਮਤ, ਦਇਆ, ਬਖਸ਼ਿਸ਼ ਨਾਲ।
ਗੁਰੂ ਦੀ ਬਖਸ਼ਿਸ਼ ਦੇ ਨਾਲ ਉਪਰੋਕਤ ਉੱਪਰ ਬਿਆਨ ਕੀਤੇ ਗਏ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਦਾ ਰਹਿਣ ਵਾਲਾ ਔਰ ਜਿਹਦੇ ਗੁਣ ਬਿਆਨ ਕੀਤੇ ਨੇ, ਕਰਤਾ ਤੋਂ ਲੈ ਕੇ ਸਹਿ ਭੰਗ ਤੱਕ, ਐਸੇ ਅਕਾਲ ਪੁਰਖ ਪ੍ਰਮਾਤਮਾ ਪਰਮੇਸ਼ਰ ਨੂੰ ਗੁਰੂ ਦੀ ਕਿਰਪਾ ਦੇ ਨਾਲ ਜਾਣਿਆ, ਸਮਝਿਆ ਔਰ ਆਪਣੇ ਜੀਵਨ ਵਿੱਚ ਅਨੁਭਵ ਕੀਤਾ ਜਾ ਸਕਦਾ ਹੈ। ਉਹ ਗੁਰੂ ਕੌਣ ਹੈ ਜਿਸ ਬਾਬਤ ਧੰਨ ਗੁਰੂ ਨਾਨਕ ਮਹਾਰਾਜ ਨੂੰ ਸਿੱਧਾ ਨੇ ਪ੍ਰਸ਼ਨ ਕੀਤਾ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਤੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਉੱਤਰ ਦਿੱਤਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਔਰ ਇਸ ਗੱਲ ਤੇ ਦੋਹਰ ਪਾਉਂਦਿਆਂ ਆਪਣੀ ਬਾਣੀ ਦੇ ਅੰਦਰ ਮਹਾਰਾਜ ਨੇ ਬਿਆਨ ਕੀਤਾ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਐਸੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਲਖਿਆ ਜਾਣਿਆ ਜਾ ਸਕਦਾ ਹੈ, ਅਨੁਭਵ ਕੀਤਾ ਜਾ ਸਕਦਾ, ਉਸ ਨਾਲ ਸੁਰਤ ਦਾ ਤਾਲਮੇਲ ਤਾਂ ਹੀ ਬਣਦਾ ਹੈ ਜੇ ਗੁਰੂ ਸਾਡੀ ਆਤਮਿਕ ਜੀਵਨ ਵਿੱਚ ਅਗਵਾਈ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਿਰਪਾ ਬਖਸ਼ਿਸ਼ ਕਰਨ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਆਪ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਬੜੇ ਅਦਬ ਸਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ